ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 68 ਤੇ ਹੇਠੋਂ 6 ਕੁ ਲਾਈਨਾਂ ਛੱਡ ਕੇ ਹੈ 5 ਨੰਬਰ ਤੋਂ ਬਾਅਦ। ਤ੍ਰਿਹੋਂ ਗੁਣਾਂ ਵਿੱਚ ਸਹਿਜ ਨਾ ਪਾਈਐ, ਤ੍ਰੈ ਗੁਣ ਭਰਮ ਭੁਲਾਏ। ਪੜ੍ਹੀਐ ਗੁਣੀਐ ਕਿਆ ਕਥੀਐ, ਜਾਂ ਮੁੱਢੋਂ ਕੁਥਾ ਜਾਏ। ਚੌਥੇ ਪਦ ਮੈਂ ਸਹਿਜ ਹੈ, ਗੁਰਮੁਖ ਪੱਲੇ ਪਾਏ। ਜਿਹੜਾ ਕੋਈ ਸ਼ਬਦ ਗਿਣਤੀ ਦੱਸੇ ਅਤੇ ਉਹਦੇ ਹਾਹੇ ਨੂੰ ਔਂਕੜ ਲੱਗੀ ਹੋਵੇ ਤਾਂ ਜਦੋਂ ਉਹਨੂੰ ਪੜ੍ਹਨਾ ਫਿਰ ਹਾਹੇ 'ਤੇ ਟਿੱਪੀ ਲਾ ਕੇ ਪੜ੍ਹਨਾ। ਇਹਨੂੰ ਤ੍ਰਿਹੋ ਨਹੀਂ ਪੜ੍ਹਨਾ ਹੈ, ਇਹਨੂੰ ਪੜ੍ਹਨਾ ਤ੍ਰਿਹੋਂ। ਤ੍ਰਿਹੋਂ ਗੁਣਾ ਮੈਂ ਸਹਿਜ ਨਾ ਪਾਈਏ। ਮਾਇਆ ਦੇ 3 ਗੁਣ ਮੰਨੇ ਗਏ ਨੇ, ਤਮੋ ਗੁਣ, ਰਜੋ ਗੁਣ, ਸਤੋ ਗੁਣ। ਜਿੰਨਾ ਚਿਰ ਅਸੀਂ ਮਾਇਆ ਦੇ 3 ਗੁਣਾਂ ਵਿੱਚ ਹਾਂ, ਸਾਨੂੰ ਸਹਿਜ ਅਵਸਥਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਹਿਜ ਅਵਸਥਾ ਉਹ ਅਵਸਥਾ ਜਿੱਥੇ ਜਾ ਕੇ ਮਨ ਨਾ ਡੋਲੇ। ਦੁੱਖ ਆਓ, ਸੁੱਖ ਆਓ, ਅਮੀਰੀ ਆਓ, ਗਰੀਬੀ ਆਓ, ਇੱਜ਼ਤ ਹੋਵੇ, ਬੇਇੱਜ਼ਤੀ ਹੋਵੇ, ਮਨ ਸ਼ਾਂਤ ਰਹੇ। ਜਦੋਂ ਮਨ ਅਡੋਲ ਰਹੇ ਉਹਨੂੰ ਕਹਿੰਦੇ ਨੇ ਸਹਿਜ ਅਵਸਥਾ। ਇਹਨੂੰ ਬ੍ਰਹਮ ਗਿਆਨ ਦੀ ਅਵਸਥਾ ਵੀ ਕਹਿੰਦੇ ਨੇ, ਇਸ ਨੂੰ ਤੁਰੀਆ ਅਵਸਥਾ ਵੀ ਕਹਿੰਦੇ ਨੇ, ਇਸ ਨੂੰ ਉਨਮਨੀ ਅਵਸਥਾ ਵੀ ਕਹਿੰਦੇ ਹਨ। ਸੋ ਜਿੰਨਾ ਚਿਰ ਮਾਇਆ ਦੇ 3 ਗੁਣਾਂ 'ਚ ਬੰਦਾ ਹੈ, ਇਹ ਰਜੋ ਗੁਣੀ ਹੈ, ਕਦੇ ਸਤੋ ਗੁਣੀ ਹੈ, ਕਦੇ ਤਮੋ ਗੁਣੀ ਹੈ, ਇਹਦੇ ਅੰਦਰ ਸਹਿਜ ਅਵਸਥਾ ਪੈਦਾ ਨਹੀਂ ਹੋ ਸਕਦੀ। ਤ੍ਰਿਹੋਂ ਗੁਣਾਂ ਵਿੱਚ ਸਹਿਜ ਨਾ ਪਾਈਏ, ਤ੍ਰੈ ਗੁਣ ਭਰਮ ਭੁਲਾਏ। ਕਿਉਂਕਿ ਮਾਇਆ ਦੇ 3 ਗੁਣ ਮਨੁੱਖ ਨੂੰ ਭਰਮ 'ਚ ਪਾ ਕੇ ਭੁਲਾ ਦਿੰਦੇ ਨੇ। ਮਨੁੱਖ ਰੱਬ ਨੂੰ ਭੁੱਲ ਜਾਂਦਾ ਹੈ। ਮਾਇਆ ਦਾ ਪ੍ਰਭਾਵ ਹੀ ਐਸਾ ਹੈ। ਜਿੰਨੀ ਜ਼ਿਆਦਾ ਮਾਇਆ ਹੁੰਦੀ ਹੈ ਓਨਾ ਹੀ ਪਰਮਾਤਮਾ ਜ਼ਿਆਦਾ ਭੁੱਲਦਾ ਹੈ। ਤੁਸੀਂ ਕਹੋਗੇ ਕਿਉਂ? ਕਿਉਂਕਿ ਜ਼ਿਆਦਾ ਮਾਇਆ ਉਹਦੇ ਕੋਲ ਹੀ ਹੋਏਗੀ ਜਿਹਦਾ ਕਾਰੋਬਾਰ ਵੱਡਾ ਹੋਵੇਗਾ। ਜਿੱਡਾ ਵੱਡਾ ਕਾਰੋਬਾਰ ਹੋਏਗਾ ਉਹਦੇ ਕੋਲ ਸਮਾਂ ਹੀ ਨਹੀਂ ਹੁੰਦਾ ਭਜਨਬੰਦੀ ਕਰਨ ਨੂੰ। ਇਸ ਕਰਕੇ ਮਾਇਆ ਦੇ 3 ਗੁਣ ਮਨੁੱਖ ਦੇ ਅੰਦਰ ਭਰਮ ਪੈਦਾ ਕਰਦੇ ਨੇ, ਰੱਬ ਭੁਲਾ ਦਿੰਦੇ ਨੇ। ਇਸ ਲਈ ਮਾਇਆ ਦੇ 3 ਗੁਣਾਂ 'ਚ ਸਹਿਜ ਅਵਸਥਾ ਨਹੀਂ ਹੁੰਦੀ। ਪੜ੍ਹੀਐ ਗੁਣੀਐ ਕਿਆ ਕਥੀਐ, ਜਾਂ ਮੁੱਢੋਂ ਕੁਥਾ ਜਾਏ। ਮੁੱਢੋਂ ਹੁੰਦਾ ਸ਼ੁਰੂ ਤੋਂ ਹੀ, ਹਾਹੇ 'ਤੇ ਟਿੱਪੀ ਲਾ ਕੇ ਪੜ੍ਹਨੇ, ਮੁੱਢੋਂ, ਮੁੱਢ ਤੋਂ। ਜਿਹੜਾ ਬੰਦਾ ਸ਼ੁਰੂ ਤੋਂ ਹੀ ਗਲਤ ਪਾਸੇ ਚੱਲ ਪਿਆ ਹੈ, ਮਾਇਆ ਵਾਲੇ ਪਾਸੇ ਚੱਲ ਪਿਆ ਹੈ, ਪੜ੍ਹੀਏ, ਉਹ ਚਾਹੇ ਧਾਰਮਿਕ ਗ੍ਰੰਥ ਪੜ੍ਹ ਰਿਹਾ, ਗੁਣੀਏ ਵਿਚਾਰ ਕਰੇ ਜਿਵੇਂ ਆਪਾਂ ਵਿਚਾਰ ਕਰ ਰਹੇ ਹਾਂ, ਕਿਆ ਕਥੀਏ, ਅਤੇ ਲੋਕਾਂ ਨੂੰ ਸੁਣਾ ਰਿਹਾ। ਕਹਿੰਦੇ ਉਹਦਾ ਕਿਆ ਫਾਇਦਾ? ਉਹਦਾ ਉਸ ਨੂੰ ਕੋਈ ਫਾਇਦਾ ਨਹੀਂ, ਕਿਉਂਕਿ ਜਿਹੜੇ ਧਾਰਮਿਕ ਗ੍ਰੰਥ ਪੜ੍ਹ ਰਿਹਾ ਹੈ ਜਾਂ ਵਿਚਾਰ ਕਰ ਰਿਹਾ ਜਾਂ ਉਹਨਾਂ ਨੂੰ ਸੁਣਾ ਰਿਹਾ ਹੈ, ਮਗਰ ਉਦੇਸ਼ ਮਾਇਆ ਹੈ। ਜੇ ਪਾਠ ਕਰਕੇ ਪਾਠ ਕਰ ਰਿਹਾ, ਉਦੇਸ਼ ਹੈ ਮਾਇਆ ਕਮਾਉਣਾ। ਕੀਰਤਨ ਕਰ ਰਿਹਾ, ਉਦੇਸ਼ ਹੈ ਮਾਇਆ ਕਮਾਉਣਾ। ਕਥਾ ਕਰ ਰਿਹਾ, ਉਦੇਸ਼ ਹੈ ਮਾਇਆ ਕਮਾਉਣਾ। ਦੀਵਾਨ ਲਾ ਰਿਹਾ, ਉਦੇਸ਼ ਹੈ ਮਾਇਆ ਕਮਾਉਣਾ। ਜਦੋਂ ਮਾਇਆ ਕਮਾਉਣਾ ਉਦੇਸ਼ ਹੋ ਜਾਏ ਤਾਂ ਮਨੁੱਖ ਮਾਇਆ ਦੇ 3 ਗੁਣਾਂ 'ਚ ਚੱਲ ਰਿਹਾ, ਉਹ ਸਹਿਜ ਅਵਸਥਾ 'ਤੇ ਪਹੁੰਚੇ ਹੀ ਨਹੀਂ ਹੈਗਾ। ਇਸ ਲਈ ਕਿਉਂਕਿ ਮਾਇਆ ਦੇ ਵਿੱਚ ਜਿਹੜਾ ਪੈ ਕੇ ਭੁੱਲ ਗਿਆ ਹੈ, ਉਹ ਸ਼ੁਰੂ ਤੋਂ ਹੀ ਗਲਤ ਪਾਸੇ ਹੋ ਗਿਆ। ਉਹ ਧਾਰਮਿਕ ਗ੍ਰੰਥ ਪੜ੍ਹੀ ਜਾਵੇ, ਚਾਹੇ ਉਹਨਾਂ ਦੀ ਵਿਚਾਰ ਕਰੀ ਜਾਵੇ, ਚਾਹੇ ਦੂਜਿਆਂ ਨੂੰ ਬੋਲ ਬੋਲ ਕੇ ਸੁਣਾਈ ਜਾਵੇ, ਉਹ ਤਾਂ ਅਸਲ ਸ਼ੁਰੂ ਤੋਂ ਹੀ ਗਲਤ ਹੈ। ਚੌਥੇ ਪਦ ਮੈਂ ਸਹਿਜ ਹੈ। ਸਹਿਜ ਅਵਸਥਾ ਹੁੰਦੀ ਚੌਥੇ ਪਦ 'ਚ। ਮਾਇਆ ਦੇ 3 ਪਦ ਨੇ, ਉਹਨਾਂ 3 ਤੋਂ ਉੱਪਰ ਉੱਠ ਜਾਣਾ, ਉਹ ਚੌਥਾ ਪਦ ਹੈ। ਉੱਥੇ ਜਾ ਕੇ ਫਿਰ ਸਹਿਜ ਅਵਸਥਾ ਪੈਦਾ ਹੁੰਦੀ ਹੈ।
ਇਹ ਕਿਹਨੂੰ ਪ੍ਰਾਪਤ ਹੁੰਦੇ? ਗੁਰਮੁਖ ਪੱਲੇ ਪਾਏ। ਇਹ ਗੁਰਮੁਖ ਦੇ ਪੱਲੇ ਪੈਂਦੇ। ਜਦੋਂ ਬੰਦਾ ਗੁਰਮੁਖ ਬਣ ਜਾਂਦਾ ਹੈ, ਗੁਰਮੁਖ ਕਿਹਨੂੰ ਕਹਿੰਦੇ ਨੇ? ਜਿਹੜਾ ਗੁਰੂ ਦੇ ਆਖੇ ਲੱਗੇ। ਗੁਰਮੁਖ ਦਾ ਵਿਰੋਧੀ ਸ਼ਬਦ ਹੈ ਮਨਮੁਖ। ਮਨਮੁਖ ਉਹਦਾ ਜਿਹੜਾ ਮਨ ਦੇ ਆਖੇ ਲੱਗੇ। ਸੰਸਾਰ ਦੋ ਪ੍ਰਕਾਰ ਦੇ ਬੰਦੇ ਗਿਣੇ ਗਏ, ਜਾਂ ਗੁਰਮੁਖ ਜਾਂ ਮਨਮੁਖ। ਅਸੀਂ ਜਿਹੜੇ ਹਾਂ ਨਾ ਗੁਰਮੁਖ ਹਾਂ ਨਾ ਮਨਮੁਖ ਹਾਂ, ਅੱਧ ਵਿਚਾਲੇ ਜੇ ਫਿਰੀ ਜਾਂਦੇ। ਅਸੀਂ ਮਨਮੁਖ ਵੀ ਨਹੀਂ ਹਾਂ ਕਿਉਂਕਿ ਕੁਝ ਗੱਲਾਂ ਗੁਰੂ ਦੀਆਂ ਮੰਨਦੇ ਹਾਂ, ਗੁਰਮੁਖ ਵੀ ਪੂਰੇ ਨਹੀਂ ਹਾਂ ਕਿਉਂਕਿ ਕੁਝ ਮਨਮੁਖ ਵਾਲੀਆਂ ਗੱਲਾਂ ਕਰਦੇ ਹਾਂ। ਅਸੀਂ ਅਜੇ ਅੱਧ ਵਿਚਾਲੇ ਹਾਂ। ਇਸ ਲਈ ਗੁਰੂ ਮਹਾਰਾਜ ਕਹਿੰਦੇ ਇਹ ਸਹਿਜ ਅਵਸਥਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਹੜੇ ਗੁਰਮੁਖ ਬਣ ਜਾਂਦੇ ਨੇ। ਜਿਵੇਂ ਗੁਰੂ ਮਹਾਰਾਜ ਕਹਿੰਦੇ ਨੇ ਉਵੇਂ ਕਰਦੇ ਰਹਿੰਦੇ ਨੇ। ਜਿਵੇਂ ਕਿਸੇ ਬੰਦੇ ਤੋਂ ਕੋਈ ਕਹਿੰਦਾ ਆਪਸ ਵਿੱਚ ਬਹਿਸ ਹੋ ਗਈ, ਉਹ ਕਹਿੰਦਾ ਮੈਂ ਤੈਨੂੰ ਮਾਰ ਦਾਂਗਾ। ਉਹ ਕਹਿੰਦਾ ਮੈਨੂੰ ਮਾਰ ਕੇ ਵਿਖਾ। ਉਹ ਕਹਿੰਦਾ ਮੈਂ ਤੈਨੂੰ ਗੋਲੀ ਮਾਰ ਦੇਣੀ ਹੈ। ਕਹਿੰਦਾ ਮਾਰ ਕੇ ਵਿਖਾ। ਉਹਨੇ ਗੋਲੀ ਠੋਕੀ, ਗੋਲੀ ਰੇੜਤਾ, ਉਹਨੂੰ ਜੇਲ੍ਹ ਹੋ ਗਈ। ਹੋਣੀ ਸੀ ਜੇਲ੍ਹ ਹੋ ਗਈ। ਪਤਾ ਨਹੀਂ ਕੀ ਹੋਇਆ ਉਸ ਨੂੰ। ਹਰ ਵਕਤ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਰਦਾ ਰਿਹਾ। ਸਮਾਂ ਪਾ ਕੇ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ। ਜੇਲ੍ਹ ਜੀ ਬਾਬਾ ਬਣ ਗਿਆ। ਜਿਹਦੇ ਹੁਣ ਜਾ ਰਿਹਾ ਹੈ ਜੇਲ੍ਹ ਦੇ ਵਿੱਚੋਂ, ਫਿਰ ਪੇਸ਼ੀ ਭੁਗਤਣ ਜਾਂਦੇ ਨੇ ਲੋਕ। ਪੇਸ਼ੀ ਪੁੱਜ ਜਾਣੇ, ਉਹ ਬਾਬਾ ਜੀ ਮੇਰੀ ਅੱਜ ਪੇਸ਼ੀ ਹੈ, ਮੈਂ ਬਰੀ ਹੋ ਜਾ। ਅੱਛਾ ਹੋ ਜਾਏਗਾ ਬਰੀ? ਉਹਨੇ ਬਰੀ ਹੋ ਜਾਣਾ। ਐਂ ਹੋ ਗਿਆ। ਸੋ ਇਸ ਲਈ ਜਿਹੜਾ ਗੁਰਮੁਖ ਹੁੰਦਾ ਬਸ ਉਹ ਤਾਂ ਦਿਨ ਰਾਤ ਵਾਹਿਗੁਰੂ 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 ਕਰਦਾ ਰਹਿੰਦਾ। ਜੇਲ੍ਹ ਵਾਲੇ ਵੀ ਸਤਿਕਾਰ ਕਰਨ ਲੱਗ ਪਏ, ਉਹਨੂੰ ਖੁੱਲ੍ਹਾ ਛੱਡਤਾ, ਫਿਰੀ ਜਾ ਜਿੱਥੇ ਮਰਜ਼ੀ, ਤੇਰੀ ਮਰਜ਼ੀ ਜਿੱਥੇ ਮਰਜ਼ੀ ਫਿਰੀ ਜਾ। ਰਿੱਧੀਆਂ ਸੁਧੀਆਂ ਪ੍ਰਾਪਤ ਹੋ ਗਈ, ਜਿਉਂ ਲੱਗਿਆ ਬਸ। ਸੋ ਇਸ ਲਈ ਇਹ ਜਿਹੜਾ ਸਹਿਜ ਅਵਸਥਾ ਹੈ ਇਹ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ। ਅਤੇ ਗੁਰਮੁਖ ਦਾ ਕੰਮ ਹੈ ਹਰ ਵਕਤ ਪਰਮਾਤਮਾ ਦਾ ਨਾਮ ਜਪੀ ਜਾਣਾ ਅਤੇ ਉਹ ਕਰਮ ਕਰਨੇ ਜਿਹੜਾ ਗੁਰੂ ਕਹਿੰਦਾ ਕਰਨ। ਜਿਨ੍ਹਾਂ ਕਰਮਾਂ ਤੋਂ ਗੁਰੂ ਮਹਾਰਾਜ ਰੋਕਦੇ ਨੇ ਉਹ ਕਰਦੇ ਨਹੀਂ। ਉਹ ਨਾ ਹਰਾਮ ਦੀ ਕਮਾਈ ਕਰੇ, ਨਾ ਕੋਈ ਨਸ਼ਾ ਕਰੇ, ਨਾ ਕੋਈ ਬਗਾਨੀ ਜਨਾਨੀ ਨਾਲ ਸੰਬੰਧ ਰੱਖੇ। ਸੱਚਾ ਸੁੱਚਾ ਜੀਵਨ ਬਤੀਤ ਕਰਦਾ ਅਤੇ ਨਾਮ ਜਪਦਾ ਰਹਿੰਦਾ। ਬਸ ਇੱਕ ਦਿਨ ਸਹਿਜ ਅਵਸਥਾ 'ਤੇ ਪਹੁੰਚ ਜਾਂਦਾ ਹੈ। ਨਿਰਗੁਣ ਨਾਮ ਨਿਧਾਨ ਹੈ, ਸਹਿਜੇ ਸੋਝੀ ਹੋਏ, ਗੁਣਵੰਤੀ ਸਲਾਹਿਆ, ਸੱਚੇ ਸੱਚੀ ਸੋਏ, ਭੁੱਲਿਆਂ ਸਹਿਜ ਮਿਲਾਏ ਸੀ, ਸ਼ਬਦ ਮਿਲਾਵਾ ਹੋਏ। ਨਿਰਗੁਣ ਨਾਮ ਨਿਧਾਨ, ਨਿਰਗੁਣ ਪਰਮਾਤਮਾ ਨੂੰ ਕਹਿੰਦੇ ਨੇ। ਪਰਮਾਤਮਾ ਜਿਹੜਾ ਨਾਮ ਹੈ ਇਹ ਨਿਧਾਨ ਹੈ, ਇਹ ਖਜ਼ਾਨਾ ਹੈ। ਜਿਹਦੇ ਕੋਲ ਨਾਮ ਹੈ ਨਾ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ। ਜਿਸ ਕੋਲ ਨਾਮ ਦੀ ਦਾਤ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ। ਇਸ ਲਈ ਨਾਮ ਨੂੰ ਖਜ਼ਾਨਾ ਕਿਹਾ ਗਿਆ। ਹਰ ਇੱਕ ਚੀਜ਼ ਦਾ ਖਜ਼ਾਨਾ ਹੈ। ਇਹ ਤਾਂ ਅਸੀਂ ਨਾਮ ਜਪਦੇ ਨਹੀਂ ਹੈਗੇ। ਸਵੇਰ ਤੱਕ ਭੁੱਲ ਭੁਲਾ ਜਾਂਦਾ ਹੈ, ਫਿਰ ਆਪਣੇ ਪੁਰਾਣੀ ਆਦਤਾਂ ਦੇ ਪੁਰਾਣੀ ਸੋਚ 'ਤੇ ਆ ਜਾਂਦੇ ਹਾਂ। ਇੱਥੇ ਤਾਂ ਐਂ ਲੱਗਦਾ ਵੀ ਹਾਂ ਮਨ ਪੱਕਾ ਕਰ ਲੈ, ਠੀਕ ਹੈ ਯਾਰ, ਕੀ ਐਵੇਂ ਗੱਲਾਂ ਜਿਹੀਆਂ ਮਾਰੀ ਜਾਣਾ, ਫਜ਼ੂਲ ਦਾ ਪਏ ਰਹਿਣਾ ਹੈ, ਇੱਧਰ ਉੱਧਰ ਫਿਰੀ ਜਾਣਾ, ਆਪਣਾ ਭਜਨ ਬੰਦਗੀ ਕਰਕੇ ਜੋ ਨਾਮ ਧਨ ਇਕੱਠਾ ਕਰੋ। ਸੋ ਪਰਮਾਤਮਾ ਦਾ ਜਿਹੜਾ ਨਾਮ ਹੈ, ਕਿਉਂ ਪਰਮਾਤਮਾ ਨਿਰਗੁਣ ਹੈ, ਆਪਾਂ ਸਰਗੁਣ ਹਾਂ। ਆਪਾਂ ਸਾਰੇ ਸਰਗੁਣ ਹਾਂ। ਪਰਮਾਤਮਾ ਨੇ ਜੋ ਬਣਾਇਆ ਉਹ ਸਾਰਾ ਸਰਗੁਣ ਹੈ, ਆਪ ਉਹ ਨਿਰਗੁਣ ਹੈ। ਭਾਵ ਆਪ ਕਿਸੇ ਨੂੰ ਦਿਖਾਈ ਨਹੀਂ ਦਿੰਦਾ, ਆਪ ਸੂਖਸ਼ਮ ਹੈ। ਬਾਕੀ ਜੋ ਬਣਾਇਆ ਉਹ ਸਾਰਾ ਅੱਖਾਂ ਨਾਲ ਦਿਸਦਾ। ਸੋ ਪਰਮਾਤਮਾ ਦਾ ਜਿਹੜਾ ਨਾਮ ਹੈ ਇਹ ਖਜ਼ਾਨਾ ਹੈ। ਸਹਿਜੇ ਸੋਝੀ ਹੋਏ, ਜਿਹਦੇ ਕੋਲ ਇਹ ਨਾਮ ਰੂਪੀ ਖਜ਼ਾਨਾ ਹੁੰਦਾ ਉਹਨੂੰ ਸਹਿਜੇ ਹੀ ਸੋਝੀ ਹੋ ਜਾਂਦੀ। ਉਹਨੂੰ ਪਰਮਾਤਮਾ ਬਾਰੇ ਸਹਿਜੇ ਹੀ ਗਿਆਨ ਹੋ ਜਾਂਦਾ। ਗੁਣਵੰਤੀ ਸਲਾਹਿਆ,
ਸੱਚੇ ਸੱਚੀ ਸੋਏ। ਜਿਹੜੇ ਗੁਣਵਾਨ ਲੋਕ ਹਨ ਉਹ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ, ਫਿਰ ਉਹ ਸੱਚੇ ਹੋ ਜਾਂਦੇ ਨੇ, ਰੱਬ ਰੂਪ ਹੋ ਜਾਂਦੇ ਨੇ। ਸੱਚੀ ਸੋਏ, ਸੱਚੀ ਦੇ ਸਦਾ ਰਹਿਣ ਵਾਲੀ, ਸੋਏ ਹੁੰਦੀ ਹੈ ਸ਼ੋਭਾ, ਉਹਨਾਂ ਦੀ ਫਿਰ ਸਦਾ ਰਹਿਣ ਵਾਲੀ ਵਡਿਆਈ ਹੋਣ ਲੱਗ ਜਾਂਦੀ ਹੈ, ਕਿ ਉਹ ਗੁਣਵਾਨ ਹੁੰਦੇ ਨੇ, ਪਰਮਾਤਮਾ ਦੀ ਸਿਫਤ ਸਲਾਹ ਕਰਦੇ ਰਹਿੰਦੇ ਨੇ। ਜਿਵੇਂ ਪਰਮਾਤਮਾ ਸੱਚਾ, ਉਹ ਵੀ ਸੱਚੇ ਹੋ ਜਾਂਦੇ ਨੇ, ਸੱਚਿਆਰ ਹੋ ਜਾਂਦੇ ਨੇ। ਉਹਨਾਂ ਦੀ ਜਿਹੜੀ ਵਡਿਆਈ ਹੈ ਫਿਰ ਸਦਾ ਰਹਿਣ ਵਾਲੀ ਵਡਿਆਈ ਹੁੰਦੀ। ਭੁੱਲਿਆਂ ਸਹਿਜ ਮਿਲਾਏ ਸੀ, ਸ਼ਬਦ ਮਿਲਾਵਾ ਹੋਏ। ਜਿਹੜੇ ਪਰਮਾਤਮਾ ਨੂੰ ਭੁੱਲੇ ਹੋਏ ਹਨ, ਪਰਮਾਤਮਾ ਨੂੰ ਆਪਣੇ ਨਾਲ ਮਿਲਾ ਲੈਂਦਾ। ਕਿਵੇਂ ਮਿਲਾਉਂਦਾ? ਸ਼ਬਦ ਮਿਲਾਵਾ ਹੋਏ। ਉਹਨਾਂ ਨੂੰ ਸੋਝੀ ਬਖਸ਼ਦਾ ਹੈ। ਫਿਰ ਉਹ ਗੁਰੂ ਤੋਂ ਗੁਰਮੰਤਰ ਲੈਂਦੇ ਨੇ, ਫਿਰ ਉਸ ਸ਼ਬਦ ਦੇ ਰਾਹੀਂ ਉਹਨਾਂ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ। ਬਿਨ ਸਹਿਜ ਸਭ ਅੰਧ ਹੈ, ਮਾਇਆ ਮੋਹ ਗੁਵਾਰ। ਸਹਿਜੇ ਹੀ ਸੋਝੀ ਪਈ, ਸੱਚੇ ਸ਼ਬਦ ਅਪਾਰ। ਆਪੇ ਬਖਸ਼ ਮਿਲਾਇਨ, ਪੂਰੇ ਗੁਰ ਕਰਤਾਰ। ਬਿਨ ਸਹਿਜੇ ਸਭ ਅੰਧ ਹੈ, ਮਾਇਆ ਮੋਹ ਗੁਵਾਰ। ਸਹਿਜ ਤੋਂ ਬਿਨਾ ਮਾਇਆ ਦੇ ਮੋਹ ਦਾ ਕੁੱਪ ਹਨੇਰਾ ਹੈ। ਮਾਇਆ ਜਿਹੜਾ ਮੋਹ ਹੈ ਇਹ ਐਂ ਜਿਵੇਂ ਕੁੱਪ ਹਨੇਰਾ ਹੋਵੇ। ਭਾਵ ਮਨੁੱਖ ਨੂੰ ਗਿਆਨ ਨਹੀਂ ਹੁੰਦਾ, ਉਹ ਅਗਿਆਨੀ ਹੀ ਰਹਿੰਦਾ ਹੈ। ਇਸ ਲਈ ਮਾਇਆ ਦਾ ਮੋਹ ਕੁੱਪ ਹਨੇਰਾ ਹੈ, ਕਿਉਂਕਿ ਉਹਨਾਂ ਨੂੰ ਮਾਇਆ ਦੇ ਮੋਹ ਵਾਲੇ ਨੂੰ ਸਹਿਜ ਅਵਸਥਾ ਨਹੀਂ ਪ੍ਰਾਪਤ ਹੁੰਦੀ, ਅਤੇ ਸਹਿਜ ਅਵਸਥਾ ਬਿਨਾਂ ਸਭ ਅੰਧ ਹੈ, ਸਭ ਅਗਿਆਨਤਾ ਹੀ ਅਗਿਆਨਤਾ ਹੈ। ਕਿਉਂ? ਸਹਿਜ ਅਵਸਥਾ ਨੇ ਰੱਬੀ ਗਿਆਨ ਕਰਾਉਣਾ ਹੈ, ਪਰ ਮਨੁੱਖ ਮਾਇਆ ਦੇ ਮੋਹ 'ਚ ਫਸਿਆ ਹੋਇਆ ਹੈ, ਇਸ ਲਈ ਉਹ ਅਗਿਆਨੀ ਰਹਿ ਜਾਂਦਾ ਹੈ। ਉਹ ਨਾਮ ਜਪਦਾ ਨਹੀਂ, ਇਸ ਲਈ ਉਹ ਅੰਨ੍ਹਿਆਂ ਦੀ ਤਰ੍ਹਾਂ ਇਸ ਸੰਸਾਰ 'ਚ ਫਿਰਦਾ ਰਹਿੰਦਾ ਹੈ। ਸਹਿਜੇ ਹੀ ਸੋਝੀ ਪਈ, ਸੱਚੇ ਸ਼ਬਦ ਪਰ। ਜਦੋਂ ਸੱਚੇ ਹੁੰਦਾ ਪਰਮਾਤਮਾ ਦੇ, ਪਰਮਾਤਮਾ ਅਪਾਰ ਦਾ ਬੇਅੰਤ, ਪਰਮਾਤਮਾ ਜੋ ਬੇਅੰਤ ਹੈ ਉਸ ਦੇ ਸ਼ਬਦ ਰਾਹੀਂ ਫਿਰ ਸਹਿਜੇ ਹੀ ਪਰਮਾਤਮਾ ਬਾਰੇ ਸੋਝੀ ਹੋ ਜਾਂਦੀ ਹੈ। ਬੰਦਾ ਨਾਮ ਜਪਦਾ ਰਹਿੰਦਾ, ਜਪਦਾ ਰਹਿੰਦਾ, ਜਪਦਾ ਰਹਿੰਦਾ, ਫਿਰ ਪਰਮਾਤਮਾ ਬਾਰੇ ਗਿਆਨ ਹੋ ਜਾਂਦਾ। ਆਪੇ ਬਖਸ਼ ਮਿਲਾਇਨ, ਪੂਰੇ ਗੁਰ ਕਰਤਾਰ। ਫਿਰ ਜਦੋਂ ਉਸ ਜਾਪ ਕਰਦਾ ਰਹਿੰਦਾ, ਪਰਮਾਤਮਾ ਫਿਰ ਕੀ ਕਰਦੇ? ਉਹਦੇ ਭੁੱਲਾਂ ਨੂੰ ਬਖਸ਼ ਦਿੰਦਾ। ਆਪੇ ਬਖਸ਼ ਮਿਲਾਇਨ। ਬਖਸ਼ ਫਾਰਸੀ ਦਾ ਸ਼ਬਦ ਹੈ। ਖੱਖੇ ਦੇ ਪੈਰ 'ਚ ਬਿੰਦੀ ਅਤੇ ਸੱਸੇ ਦੇ ਪੈਰ 'ਚ ਬਿੰਦੀ, ਦੋਨਾਂ ਦੇ ਪੈਰ 'ਚ ਬਿੰਦੀਆਂ ਲਾ ਕੇ ਬੋਲਣਾ ਬਖਸ਼। ਆਪੇ ਬਖਸ਼ ਮਿਲਾਇਨ, ਪੂਰੇ ਗੁਰ ਕਰਤਾਰ। ਪੂਰੇ ਗੁਰੂ ਕਰਤਾਰ ਨੇ ਆਪ ਹੀ ਉਹਨਾਂ ਨੂੰ ਬਖਸ਼ ਕੇ ਆਪਣੇ ਨਾਲ ਮਿਲਾ ਲਿਆ, ਕਿਉਂਕਿ ਉਹਨਾਂ ਨੂੰ ਸੋਝੀ ਹੋ ਗਈ। ਉਹ ਨਾਮ ਜਪੀ ਗਏ, ਜਪੀ ਗਏ, ਜਪੀ ਗਏ, ਫਿਰ ਪਰਮਾਤਮਾ ਉਹਨਾਂ ਨੂੰ ਬਖਸ਼ ਦਿੱਤਾ, ਆਪਣੇ ਨਾਲ ਮਿਲਾ ਲਿਆ। ਸਹਿਜੇ ਅਦਿਸ਼ਟ ਪਛਾਣੀਏ, ਨਿਰਭਉ ਜੋਤ ਨਿਰੰਕਾਰ। ਸਭਨਾ ਜੀਆਂ ਕਾ ਇੱਕ ਦਾਤਾ, ਜੋਤੀ ਜੋਤ ਮਿਲਾਵਣ ਹਾਰ। ਪੂਰੇ ਸ਼ਬਦ ਸਲਾਹੀ ਹੈ, ਜਿਸ ਦਾ ਅੰਤ ਨਾ ਪਾਰਾਵਾਰ। ਸਹਿਜੇ ਅਦਿਸ਼ਟ ਪਛਾਣੇ। ਅਦਿਸ਼ਟ ਜਿਹੜਾ ਦਿਖਾਈ ਨਾ ਦੇਵੇ। ਨਿਰਭਉ ਜੋਤ ਨਿਰੰਕਾਰ। ਪਰਮਾਤਮਾ ਨਿਰਭਉ ਹੈ, ਉਹ ਜੋਤ ਸਰੂਪ ਹੈ, ਉਹ ਨਿਰਆਕਾਰ ਹੈ। ਫਿਰ ਜਦ ਮਨੁੱਖ ਸਹਿਜ ਅਵਸਥਾ 'ਚ ਪਹੁੰਚ ਜਾਂਦਾ ਹੈ, ਫਿਰ ਉਸ ਨਾ ਦਿਸਣ ਵਾਲੇ ਪਰਮਾਤਮਾ ਨੂੰ ਵੀ ਪਹਿਚਾਣ ਲੈਂਦਾ, ਜਾਣ ਲੈਂਦਾ। ਕਿਉਂਕਿ ਭਜਨ ਬੰਦਗੀ ਕਰਦਾ ਰਹਿੰਦਾ, ਕਰਦਾ ਰਹਿੰਦਾ, ਕਰਦਾ ਰਹਿੰਦਾ, ਸਹਿਜ ਅਵਸਥਾ 'ਤੇ ਪਹੁੰਚ ਜਾਂਦਾ। ਉਹ ਪਰਮਾਤਮਾ ਜੋ ਅਦ੍ਰਿਸ਼ਟ ਹੈ, ਜੋ ਦਿਖਾਈ ਨਹੀਂ ਦਿੰਦਾ, ਉਹਨੂੰ ਵੇਖ ਲੈਂਦਾ ਹੈ। ਉਹ ਪਰਮਾਤਮਾ ਜੋ ਨਿਰਭਉ ਹੈ, ਜੋ ਜੋਤ ਸਰੂਪ ਹੈ, ਜੋ ਨਿਰੰਕਾਰ ਹੈ, ਉਸ ਨੂੰ ਸਹਿਜ ਅਵਸਥਾ 'ਤੇ ਪਹੁੰਚਿਆ ਹੋਇਆ ਬੰਦਾ ਜਾਣ ਲੈਂਦਾ ਹੈ, ਵੇਖ ਲੈਂਦਾ ਹੈ।
ਸਭਨਾ ਜੀਆਂ ਕਾ ਇੱਕ ਦਾਤਾ, ਜੋਤੀ ਜੋਤ ਮਿਲਾਵਨਹਾਰ। ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲਾ ਇੱਕ ਪਰਮਾਤਮਾ ਹੀ ਹੈ। ਇਸ ਲਈ ਸਾਨੂੰ ਜਦੋਂ ਵੀ ਮੰਗਣਾ ਹੈ, ਅਸੀਂ ਗੁਰੂ ਦੇ ਥਰੂ ਪਰਮਾਤਮਾ ਤੋਂ ਮੰਗਣਾ ਹੈ ਕਿ ਦਾਤਾ ਪਰਮਾਤਮਾ ਹੀ ਦਾਤਾ ਹੈ। ਬਾਕੀ ਤਾਂ ਸਾਰੇ ਉਸ ਤੋਂ ਦਾਤਾ ਲੈ ਕੇ ਦਿੰਦੇ ਹਨ। ਜਿਵੇਂ ਕਈ ਵਾਰੀ ਸੰਤ ਸੁਖਦੇਵ ਸਿੰਘ ਜੀ ਕਿਹਾ ਕਰਦੇ, ਅਸੀਂ ਤਾਂ ਭਾਈ ਸੰਤ ਈਸ਼ਰ ਸਿੰਘ ਦਾ ਦਿੱਤਾ ਖਾ ਰਹੇ ਹਾਂ, ਵੀ ਉਹਨਾਂ ਨੇ ਸਾਡੇ 'ਤੇ ਬਖਸ਼ਿਸ਼ ਕੀਤੀ ਹੈ, ਅੱਗੇ ਅਸੀਂ ਬਖਸ਼ਿਸ਼ ਕਰ ਰਹੇ ਹਾਂ। ਜੇ ਮੇਰੇ 'ਤੇ ਸੰਤ ਸੀਤਲ ਸਿੰਘ ਮਹਾਰਾਜ ਨੇ ਬਖਸ਼ਿਸ਼ ਕੀਤੀ, ਮੈਂ ਅੱਗੇ ਕਰ ਰਿਹਾ ਬਸ। ਇੱਕ ਹੁੰਦਾ ਬੰਦੇ ਦੀ ਆਪਣੀ ਕਮਾਈ, ਇੱਕ ਹੁੰਦਾ ਬਖਸ਼ਿਸ਼। ਉਹਨਾਂ ਨੇ 2005 ਸਾਲ 'ਚ ਮੇਰੇ 'ਤੇ ਬਖਸ਼ਿਸ਼ ਕਰਦੇ ਕਿ ਲੈ ਭਾਈ, ਆ ਜੋ ਦੁਖੀ ਲੋਕ ਆਉਣਗੇ, ਤੂੰ ਉਹਨਾਂ ਦੇ ਬਾਣੀ ਰਾਹੀਂ ਦੁੱਖ ਦੂਰ ਕਰਨੇ। ਬਸ ਮੈਂ 15-16 ਸਾਲ ਹੋ ਗਏ ਉਹਨਾਂ ਦੀ ਬਖਸ਼ਿਸ਼ ਸਦਕਾ ਹੀ ਕਰ ਰਿਹਾ। ਅਤੇ ਇੰਨੇ ਲੋਕਾਂ ਦੇ ਕੰਮ ਹੋ ਗਏ, ਮੈਨੂੰ ਤਾਂ ਪਤਾ ਹੀ ਲੱਗਦਾ ਕਿ ਮੈਨੂੰ ਕਿਹੜਾ ਸਾਰਿਆਂ ਦੀ ਪਹਿਚਾਣ ਹੈ। ਉਹ ਮੈਂ ਜਿੱਧਰੋਂ ਲੰਘਦਾ ਅੱਗੋਂ ਕੋਈ ਨਾ ਕੋਈ ਜਾਣੂ ਟੱਕਰ ਜਾਂਦਾ। ਫਿਰ ਮੈਂ ਅੰਦਾਜ਼ਾ ਲਾਉਂਦਾ, ਮੈਂ ਇਹਨੂੰ ਜਾਣਦਾ ਨਹੀਂ, ਇਹ ਉੱਥੇ ਅਰਦਾਸ ਕਰਾਉਣ ਆਇਆ ਹੋਣਾ। ਸੋ ਸਭਨਾ ਜੀਆਂ ਕਾ ਇੱਕ ਦਾਤਾ। ਸੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਇੱਕ ਪਰਮਾਤਮਾ ਹੀ ਹੈ। ਜੋਤੀ ਜੋਤ ਮਿਲਾਵਨਹਾਰ, ਉਹ ਮਨੁੱਖ ਦੀ ਜੋਤ ਨੂੰ ਆਪਣੀ ਜੋਤ 'ਚ ਮਿਲਾਉਣ ਵਾਲਾ ਹੈ। ਮਿਲਾਵਨਹਾਰ ਦਾ ਮਿਲਾਉਣ ਵਾਲਾ ਪਰਮਾਤਮਾ ਇਸ ਜੀਵ ਦੀ ਜੋਤ ਨੂੰ ਆਪਣੀ ਜੋਤ 'ਚ ਮਿਲਾਉਣ ਵਾਲਾ ਹੈ। ਪੂਰਾ ਸ਼ਬਦ ਸਲਾਹੀ ਹੈ, ਜਿਸ ਦਾ ਅੰਤ ਨਾ ਪਾਰਾਵਾਰ। ਪਰਮਾਤਮਾ ਜਿਹਦਾ ਕੋਈ ਅੰਤ ਹੀ ਨਹੀਂ। ਪਾਰਾਵਾਰ ਹੁੰਦਾ ਪਾਰ ਉਰਵਾਰ, ਪਰਲਾ ਅਤੇ ਉਰਲਾ ਬੰਨਾ। ਉਹ ਪਰਮਾਤਮਾ ਜਿਸ ਦਾ ਕੋਈ ਅੰਤ ਨਹੀਂ, ਜਿਹਦਾ ਕੋਈ ਉਰਲਾ ਜਾਂ ਪਰਲਾ ਬੰਨਾ ਨਹੀਂ, ਪੂਰਾ ਸ਼ਬਦ ਸਲਾਹੀ ਹੈ। ਪੂਰੇ ਗੁਰੂ ਦੇ ਸ਼ਬਦ ਰਾਹੀਂ ਉਹਦੀ ਸਿਫਤ ਸਲਾਹ ਕੀਤੀ ਜਾਂਦੀ ਹੈ। ਸੋ ਪਰਮਾਤਮਾ ਜੋ ਬੇਅੰਤ ਹੈ, ਜਿਹਦਾ ਕੋਈ ਉਰਲਾ ਪਰਲਾ ਬੰਨਾ ਨਹੀਂ ਹੈ, ਉਹਦੀ ਸਿਫਤ ਸਲਾਹ ਪੂਰੇ ਗੁਰੂ ਦੇ ਸ਼ਬਦ ਰਾਹੀਂ ਕੀਤੀ ਜਾਂਦੀ ਹੈ, ਗੁਰਮੰਤਰ ਰਾਹੀਂ, ਬਾਣੀ ਰਾਹੀਂ ਕੀਤੀ ਜਾਂਦੀ ਹੈ। ਬਾਣੀ ਪੜ੍ਹਨਾ ਵੀ ਉਹਦੀ ਸਿਫਤ ਸਲਾਹ ਹੈ, ਬਾਣੀ ਗਾਉਣਾ ਵੀ ਉਸੇ ਦੀ ਸਿਫਤ ਸਲਾਹ ਹੈ। ਬਾਣੀ ਦੀ ਕਥਾ ਵਾਰਤਾ ਕਰਨਾ, ਸੁਣਨਾ ਪਰਮਾਤਮਾ ਦੀ ਹੀ ਸਿਫਤ ਸਲਾਹ ਹੈ। ਸੋ ਬਾਣੀ ਅਤੇ ਨਾਮ ਨੂੰ ਸ਼ਬਦ ਕਹਿੰਦੇ ਨੇ। ਸੋ ਪਰਮਾਤਮਾ ਜਿਹੜਾ ਸ਼ਬਦ ਹੈ, ਗੁਰੂ ਨੇ ਦਿੱਤਾ ਜਿਹੜਾ ਸ਼ਬਦ ਹੈ, ਉਸ ਸ਼ਬਦ ਦੇ ਰਾਹੀਂ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ। ਨਹੀਂ ਤਾਂ ਅਗਲਾ ਕਹਿੰਦੇ ਕਿਵੇਂ ਅਸੀਂ ਰੱਬ ਦੀ ਸਿਫਤ ਸਲਾਹ ਕਰੀਏ ਜੀ? ਕਹਿੰਦੇ ਜੀ ਰੱਬ ਦੀ ਵਡਿਆਈ ਕਰਨੀ ਚਾਹੀਦੀ। ਕਿਵੇਂ ਕਰੀਏ ਜੀ? ਬਾਣੀ ਸਾਨੂੰ ਸੋਝਦੀ ਵੀ ਜਿਹੜਾ ਸ਼ਬਦ ਗੁਰੂ ਨੇ ਦਿੱਤਾ ਬਸ ਉਹਦਾ ਜਾਪ ਕਰਦੇ ਰਹੋ, ਉਸੇ 'ਚ ਹੀ ਉਹਦੀਆਂ ਵਡਿਆਈਆਂ ਸਾਰੀਆਂ। ਜਿਵੇਂ ਸਿਆਣੇ ਕਿ ਹਾਥੀ ਦੀ ਪੈੜ ਵਿੱਚ ਸਾਰੀਆਂ ਪੈੜਾਂ, ਇਸ ਤਰ੍ਹਾਂ ਗੁਰਮੰਤਰ ਦੇ ਵਿੱਚ ਪਰਮਾਤਮਾ ਦੀ ਸਾਰੀਆਂ ਸਿਫਤਾਂ ਹਨ। ਬਸ ਇਸ 'ਤੇ ਵਾਹਿਗੁਰੂ 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 ਕਰਦੇ ਰਹਿਣ, ਉੜਦੇ ਬੈਠਦੇ ਤੁਰਦੇ ਫਿਰਦੇ। ਸਾਹਮਣੇ ਉਹ ਜਿਹੜਾ ਬੰਦਾ ਮੈਂ ਤੁਹਾਨੂੰ ਦੱਸਿਆ ਉਹਨੂੰ ਰੱਖਣਾ। ਦੇਖੋ ਬਾਹਰ ਵਕਤ ਬਸ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਰਦੇ ਰਹਿੰਦੇ ਸੀ। ਬਸ ਕਰਦਾ 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 ਆਪ ਸਾਧ ਹੋ ਗਏ। ਬਾਕੀ ਪਿਛਲੇ ਜਨਮਾਂ ਦੀ ਕੋਈ ਕਮਾਈ ਹੋਣੀ ਹੈ, ਘਟਨਾ ਵਾਪਰਨੀ ਸੀ, ਜ਼ਿੰਦਗੀ ਪਰਿਵਰਤਨ ਹੋਣਾ ਸੀ। ਗਿਆਨੀਆਂ ਕਾ ਧਨ ਨਾਮ ਹੈ, ਸਹਿਜ ਕਰੈ ਵਾਪਾਰ। ਅਣ ਦਿਨ ਲਾਹਾ ਹਰ ਨਾਮ ਲੈਣ, ਅਖੁੱਟ ਭਰੇ ਭੰਡਾਰ। ਨਾਨਕ ਤੋਟ ਨਾ ਆਵੀ, ਦੀਏ ਦੇਵਨਹਾਰ। ਗਿਆਨੀਆਂ ਕਾ ਧਨ ਨਾਮ ਹੈ। ਇੱਕ ਸੰਸਾਰੀ ਲੋਕ ਹੁੰਦੇ ਨੇ, ਇੱਕ ਗਿਆਨੀ ਲੋਕ ਹੁੰਦੇ ਨੇ। ਇੱਕ ਤਾਂ ਗਿਆਨੀ ਹੁੰਦੇ ਜਿਹਨਾਂ ਸੰਸਾਰਿਕ ਗਿਆਨ ਹੈ, ਉਹਨਾਂ ਦੀ ਇੱਥੇ ਗੱਲ ਨਹੀਂ ਹੈ। ਇੱਥੇ ਗਿਆਨੀ ਉਹਨੂੰ ਵਰਤਿਆ ਗਿਆ ਜਿਹਨੂੰ ਪਰਮਾਤਮਾ ਦਾ ਗਿਆਨ ਹੈ। ਸੋ ਗਿਆਨੀਆਂ ਦਾ ਜਿਹੜਾ ਧਨ ਕੀ ਹੈ? ਨਾਮ ਹੈ।
ਸੰਸਾਰੀਆਂ ਦਾ ਧਨ ਕੀ ਹੈ? ਮਾਇਆ। ਸੰਸਾਰੀਆਂ ਦਾ ਧਨ ਹੈ ਮਾਇਆ, ਗਿਆਨੀਆਂ ਦਾ ਧਨ ਹੈ ਨਾਮ। ਗਿਆਨੀਆਂ ਕਾ ਧਨ ਨਾਮ ਹੈ, ਸਹਿਜ ਕਰੈ ਵਪਾਰ। ਉਹ ਤੇ ਸਹਿਜੇ ਹੀ ਇਸ ਨਾਮ ਦਾ ਵਪਾਰ ਕਰਦੇ ਹਨ। ਨਾਮ ਜਪਦੇ ਨੇ, ਦੂਜਿਆਂ ਤੋਂ ਨਾਮ ਜਪਾਉਂਦੇ ਨੇ। ਕਿਉਂਕਿ ਜਿਹੋ ਜਿਹਾ ਮਨੁੱਖ ਹੁੰਦਾ ਹੈ, ਹਰ ਇੱਕ ਮਨੁੱਖ ਦੀ ਇੱਛਾ ਹੈ ਕਿ ਦੂਸਰਾ ਮੇਰੇ ਵਰਗਾ ਹੋਵੇ। ਪੀਣ ਵਾਲਾ ਕਹੂਗਾ ਦੂਜੇ ਪੀਣ ਵਾਲੇ ਹੋਣ, ਵੈਸ਼ ਨੂੰ ਕਹੂਗਾ ਦੂਜੇ ਵੈਸ਼ ਨੂੰ ਹੋਣ, ਭਜਨ ਬੰਦਗੀ ਕਰਨ ਵਾਲਾ ਕਹੂਗਾ ਦੂਜੇ ਭਜਨ ਬੰਦਗੀ ਕਰਨ ਵਾਲੇ ਹੋਣ। ਇਹ ਮਨੁੱਖ ਦੀ ਆਦਤ ਹੈ। ਉਹ ਚਾਹੁੰਦਾ ਹੈ ਕਿ ਦੂਸਰੇ ਮੇਰੇ ਵਰਗੇ ਹੋਣ, ਪਰ ਵਿਚਾਰੇ ਨੂੰ ਗਿਆਨ ਨਹੀਂ ਗੁਰਬਾਣੀ ਦੀ, ਕੋਈ ਨਾ ਕਿਸੇ ਹੀ ਜਿਹਾ। ਪਰਮਾਤਮਾ ਨੇ ਦੋ ਵਿਅਕਤੀ ਇੱਕੋ ਜਿਹੇ ਪੈਦਾ ਹੀ ਨਹੀਂ ਕੀਤੇ, ਇਸ ਲਈ ਦੂਜਾ ਤੁਹਾਡੇ ਵਰਗਾ ਕਿਵੇਂ ਹੋ ਸਕਦਾ ਵੀ? ਥੋੜ੍ਹਾ ਬਹੁਤਾ ਤਾਂ ਹੋ ਸਕਦਾ ਹੈ, ਹੂ ਤੁਹਾਡੇ ਵਰਗਾ ਨਹੀਂ ਹੋ ਸਕਦਾ ਹੈ। ਹਰ ਇੱਕ ਬੰਦਾ ਆਪਣੇ ਕਰਮ ਲੈ ਕੇ ਆਇਆ, ਇਸ ਲਈ ਹਰ ਇੱਕ ਬੰਦੇ ਦੀ ਅੱਡ ਅੱਡ ਪਰਸਨੈਲਿਟੀ ਹੈ। ਕਿਹਦੇ ਪਿਛਲੇ ਕਰਮ ਕੋਈ ਨੇ, ਕਿਹਦੇ ਪਿਛਲੇ ਕਰਮ ਕੋਈ ਨਹੀਂ। ਘਰ ਵਾਲੀ ਕਹਿੰਦੀ ਘਰ ਵਾਲਾ ਮੇਰੇ ਵਰਗਾ ਹੋਵੇ, ਘਰ ਵਾਲਾ ਕਹਿੰਦਾ ਘਰ ਵਾਲੀ ਮੇਰੇ ਵਰਗੀ ਹੋਵੇ। ਇੱਥੇ ਲੜਾਈ ਹੋ ਪੈਂਦੀ ਹੈ, ਕਿਉਂਕਿ ਦੋਨੋਂ ਹੀ ਅਗਿਆਨੀ ਨੇ, ਦੋਨੋਂ ਹੀ ਅਗਿਆਨੀ ਨੇ। ਬਈ ਕੋਈ ਕਿਸੇ ਵਰਗਾ ਹੁੰਦਾ ਹੀ ਨਹੀਂ। ਸਕੇ ਭਰਾ ਵੀ ਇੱਕ ਦੂਜੇ ਵਰਗੇ ਨਹੀਂ ਹੁੰਦੇ। ਇੱਕ ਭਰਾ ਦੀ ਪਤਾ ਨਹੀਂ ਕਿਹੜੇ ਜਨਮ 'ਚ ਉਹ ਕੀ ਸੀ, ਅਤੇ ਦੂਜਾ ਕਿਹੜੇ ਪਰਿਵਾਰ 'ਚੋਂ ਆਇਆ। ਪਿਛਲੇ ਜਨਮਾਂ 'ਚ ਅੱਡ ਅੱਡ ਪਰਿਵਾਰਾਂ ਤੋਂ ਆਏ ਨੇ, ਇਸ ਲਈ ਅੱਡ ਅੱਡ ਸੰਸਕਾਰ ਲੈ ਕੇ ਆਏ ਨੇ। ਉਹ ਇਸ ਲਈ ਕਿਵੇਂ ਇੱਕ ਹੋ ਸਕਦੇ ਉਹ? ਜ਼ਿੰਦਗੀ 'ਚ ਐਡਜਸਟਮੈਂਟ ਹੁੰਦੀ ਹੈ। ਜਿਹੜੇ ਲੋਕ ਅਗਿਆਨੀ ਨੇ ਉਹ ਦੂਜੇ ਨੂੰ ਆਪਣੇ ਵਰਗਾ ਬਣਾਉਣਾ ਚਾਹੁੰਦੇ ਨੇ, ਉਸ ਤਰ੍ਹਾਂ ਹੋ ਨਹੀਂ ਸਕਦਾ ਅਤੇ ਆਪੇ ਲੜਦੇ ਰਹਿੰਦੇ ਨੇ। ਨਹੀਂ, ਅਸੀਂ ਕੁਝ ਦੂਜੇ ਵਰਗਾ ਹੋਣਾ, ਕੁਝ ਦੂਜੇ ਨੂੰ ਸਾਡੇ ਵਰਗਾ ਹੋਣਾ ਚਾਹੀਦਾ, ਫਿਰ ਗੱਡੀ ਚੱਲਦੀ ਰਹਿੰਦੀ ਹੈ, ਫਿਰ ਗੱਡੀ ਚੱਲਦੀ ਰਹਿੰਦੀ ਹੈ। ਹੁਣ ਜਿਵੇਂ ਸਾਡੇ ਮਾਤਾ ਜੀ ਸਖਤ ਸੁਭਾਅ ਦੇ ਸਨ, ਠੀਕ ਹੈ, ਸਾਨੂੰ ਉਹਦੇ ਸੁਭਾਅ ਦੇ ਅਨੁਸਾਰ ਰਹਿਣ ਦੀ ਹੌਲੀ ਹੌਲੀ ਜਾਚ ਆ ਗਈ। ਜੇ ਮਾਂ ਪਿਓ ਸਖਤ ਸੁਭਾਅ ਦੇ ਹੋਣ ਤਾਂ ਬੱਚਾ ਵੀ ਸਖਤੀ ਸਹਿਣ ਦਾ ਆਦੀ ਹੋ ਜਾਂਦਾ ਹੈ ਕਿ ਨਹੀਂ? ਅੱਗੋਂ ਫਿਰ ਬੀਬੀ ਵੀ ਸਖਤ ਸੀ, ਕਿਉਂਕਿ ਮੈਂ ਸਖਤੀ ਸਹਿਣ ਦਾ ਆਦੀ ਸੀ ਬਚਪਨ ਤੋਂ, ਇਸ ਲਈ ਸਾਡਾ ਚੱਲੀ ਗਿਆ ਕੰਮ। ਹਾਂ, ਜੇ ਮੈਂ ਉਸ ਦਾ ਆਦੀ ਨਾ ਹੁੰਦਾ ਤਾਂ ਚੱਲ ਸੋ ਚੱਲ ਹੋ ਜਾਣੀ ਸੀ। ਹੁਣ ਜਿਹੜੇ ਪਰਿਵਾਰਾਂ ਦੇ ਵਿੱਚ ਬੱਚਿਆਂ ਨੂੰ ਝਿੜਕਾਂ ਪੈਂਦੀਆਂ ਰਹਿੰਦੀਆਂ ਨੇ, ਕੁੱਟਮਾਰ ਵੀ ਹੁੰਦੀ ਹੈ, ਉਹ ਅਗਲੇ ਘਰ ਜਾ ਕੇ ਵਸ ਜਾਂਦੀ ਬੀਬੀ ਹੈ। ਕਿਉਂ? ਉਹਨਾਂ ਨੂੰ ਝਿੜਕਾਂ ਖਾਣ ਦੀ, ਥੱਪੜ ਖਾਣ ਦੀ ਪੇਕੇ 'ਚ ਆਦਤ ਪਈ ਹੋਏ, ਉੱਥੇ ਸੱਸ ਦੀ ਝਿੜਕਾਂ ਖਾ ਲੈਂਦੇ। ਜਿਨ੍ਹਾਂ ਨੂੰ ਇੱਥੇ ਪੁੱਛ ਪੁੱਛ ਕੀਤਾ ਜਾਂਦਾ, ਉਹੀ 15 ਦਿਨ ਬਾਅਦ ਟੈਚੀ ਚੱਕ ਕੇ ਵਾਪਸ ਆ ਜਾਂਦੇ ਨੇ। ਉੱਥੇ ਪੁੱਛ ਕਰਨ ਵਾਲਾ ਹੈ ਨਹੀਂ ਕੋਈ। ਇੱਥੇ ਪੁੱਛ ਕਰਨ ਵਾਲੇ ਸਨ, ਉੱਥੇ ਹੈ ਨਹੀਂ। ਬਸ ਆਦਤ ਪਈ ਨਹੀਂ ਹੈਗੀ, ਆਦਤ ਨਾ ਹੋਣ ਕਰਕੇ ਨਹੀਂ ਨਿਭਦੀ। ਇੰਨੀ ਸੋਝੀ ਨਹੀਂ ਹੁੰਦੀ ਕਿ ਮੈਂ ਉਹਦੇ ਵਰਗੀ ਨਹੀਂ ਹੋ ਸਕਦੀ ਅਤੇ ਉਹ ਮੇਰੇ ਵਰਗਾ ਨਹੀਂ ਹੋ ਸਕਦਾ। ਅਤੇ ਜੇ ਦੋਨੋਂ ਥੋੜ੍ਹੇ ਜਿਹੇ ਵੀ ਸਿਆਣੇ ਹੋਣ, ਕੁਝ ਉਹ ਬੀਬੀ ਵਰਗਾ ਹੋ ਜਾਏ ਅਤੇ ਬੀਬੀ ਕੁਝ ਉਹਦੇ ਵਰਗੀ ਹੋ ਜਾਏ, ਤਾਂ ਜੋ ਘਰ ਦੀ ਗੱਡੀ ਚੱਲਦੀ ਰਹੇ, ਤਾਂ ਜੋ ਚੱਲਦੀ ਰਹੇ। ਨਹੀਂ ਤਾਂ ਫਿਰ ਉਹ ਟੁੱਟੀ ਤਾਂ ਹੈ ਹੀ ਹੈ। ਸੋ ਗੁਰੂ ਮਹਾਰਾਜ ਕਹਿੰਦੇ ਗਿਆਨੀਆਂ ਕਾ ਧਨ ਨਾਮ ਹੈ। ਹੁਣ ਗਿਆਨੀਆਂ ਦਾ ਧਨ ਦਾ ਨਾਮ ਹੈ, ਅਤੇ ਜਿਹੜੇ ਸੰਸਾਰੀ ਲੋਕ ਨੇ ਉਹਨਾਂ ਦਾ ਧਨ ਮਾਇਆ ਹੈ। ਕਿਵੇਂ ਫਿਰ ਦੋਨਾਂ ਦਾ ਮੇਲ ਹੋਵੇ ਬਈ? ਨਹੀਂ ਮੇਲ ਹੋ ਸਕਦਾ। ਇੱਕ ਦਾ ਧਨ ਹੀ ਹੋਰ ਹੈ, ਇੱਕ ਦਾ ਧਨ ਹੋਰ ਹੈ। ਉਹ ਨਾਮ ਧਨ ਇਕੱਠਾ ਕਰਨ 'ਤੇ ਲੱਗਾ ਹੈ, ਉਹ ਮਾਇਆ ਇਕੱਠੀ ਕਰਨ 'ਤੇ ਲੱਗਾ ਹੋਇਆ। ਤਾਂ ਹੀ ਤਾਂ ਕਹਿੰਦੇ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਹਾਂ, ਭਗਤਾਂ ਦਾ ਸੁਭਾਅ ਹੋਰ ਹੈ, ਸੰਸਾਰੀਆਂ ਦਾ ਸੁਭਾਅ ਹੋਰ ਹੈ। ਇਹਨਾਂ ਦਾ ਆਪਸ 'ਚ ਮੇਲ ਨਹੀਂ ਹੁੰਦਾ। ਇਹ ਤਾਂ ਇੱਕ ਦੂਜੇ ਤੱਕ ਸਵਾਰਥ ਹੈ। ਤਾਂ ਜਿਹੜੇ ਸੰਸਾਰੀ ਨੇ ਉਹਨਾਂ ਨੂੰ ਭਗਤਾਂ ਦੀ ਲੋੜ ਹੈ, ਕੋਈ ਅਸੀਸ ਲੈਣ ਦੀ, ਕੋਈ ਕੰਮ ਕਰਾਉਣ ਦੀ,
ਤੇ ਭਗਤਾਂ ਨੂੰ ਲੋੜ ਹੈ ਵੀ ਸੰਸਾਰੀ ਉਹਨਾਂ ਦੀ ਲੋੜਾਂ ਪੂਰੀਆਂ ਕਰਦੇ ਨੇ, ਤਾਂ ਇਹ ਦੋਨਾਂ ਦਾ ਚੱਲੀ ਚੁੱਲੀ ਜਾਂਦਾ। ਸੁਭਾਅ ਨਹੀਂ ਮੇਲ ਖਾਂਦੇ, ਪਰ ਲੋੜਾਂ ਸਾਂਝੀਆਂ ਨੇ, ਇਸ ਕਰਕੇ ਲੋੜਾਂ ਸਾਂਝੀਆਂ। ਹੁਣ ਇੱਕ ਭਗਤੀ ਕਰਦੇ ਬੈਠਾ, ਹੋਰ ਕੁਛ ਨਹੀਂ ਕਰਦਾ, ਦਿਨ ਰਾਤ ਵਾਹਿਗੁਰੂ 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 ਕਰਦਾ, ਉਹਨੂੰ ਹੋ ਗਈ ਰਿੱਧੀ ਸਿੱਧੀ ਪ੍ਰਾਪਤ। ਹੁਣ ਲੋੜਵੰਦ ਨੇ ਆਉਣਾ ਹੀ ਆ ਸਾਧੂਆਂ ਕੋਲੇ। ਸਾਧੂਆਂ ਨੂੰ ਵੀ ਲੋੜ ਹੈ ਕੱਪੜੇ ਦੀ, ਜੁੱਤੀ ਦੀ, ਰੋਟੀ ਦੀ, ਪੈਸੇ ਦੀ, ਉਹਨਾਂ ਨੂੰ ਲੋੜ ਹੈ। ਉਹ ਆ ਕੇ ਕੋਈ ਕਦੇ ਕੋਈ ਚੀਜ਼ ਦੇ ਗਏ, ਕਦੇ ਕੋਈ ਚੀਜ਼ ਦੇ ਗਏ। ਸਾਧੂ ਦਾ ਇਸ ਤਰ੍ਹਾਂ ਕੰਮ ਚੱਲਦਾ ਰਹਿੰਦਾ। ਸਾਧੂ ਉਹਨਾਂ ਨੂੰ ਭਾਈ ਕੋਈ ਨਾ ਕੋਈ ਵਰ ਦਿੰਦਾ, ਜਾਓ ਤੁਹਾਡਾ ਕੰਮ ਹੋ ਜਾ ਜੇ, ਇਹ ਉਹਨਾਂ ਦਾ ਸਰ ਜਾਂਦਾ ਹੈ। ਦੋਨਾਂ ਨੂੰ ਇੱਕ ਦੂਜੇ ਦੀ ਐਕਚੁਅਲੀ ਲੋੜ ਹੈ, ਤਾਂ ਉਹਨਾਂ ਦਾ ਚੱਲੀ ਜਾਂਦਾ। ਹਾਲਾਂਕਿ ਉਹਨਾਂ ਦੀ ਲਾਈਨ ਹੋਰ ਹੈ, ਉਹਨਾਂ ਦੀ ਲਾਈਨ ਹੋਰ ਹੈ। ਉਹ ਤਾਂ ਸਵਾਰਥ ਸਾਂਝੇ ਹੋਣ ਕਰਕੇ ਚੱਲੀ ਜਾਂਦਾ ਹੈ। ਜਿਵੇਂ ਜੇ ਭਜਨ ਬੰਦਗੀ ਕਰਨ ਵਾਲਾ ਸਾਧੂ ਇੱਕ, ਭਾਵ ਧਾਰਮਿਕ ਬੰਦੇ ਇੱਕ, ਪੋਲੀਟੀਕਲ ਬੰਦੇ ਦੋ, ਅਤੇ ਅਮੀਰ ਬੰਦੇ ਤਿੰਨ। ਇਹ ਤਿੰਨਾਂ ਦਾ ਇੱਕ ਦੂਜੇ ਬਿਨਾਂ ਨਹੀਂ ਸਰਦਾ। ਅੰਦਰੋਂ ਇਹ ਤਿੰਨੋਂ ਇੱਕੋ ਨੇ, ਬਾਹਰੋਂ ਦੇਖਣ ਨੂੰ ਅੱਡ ਅੱਡ ਨੇ, ਜਾਣਦੇ ਨੇ। ਬਾਹਰੋਂ ਦੇਖਣ ਨੂੰ ਤਿੰਨੋਂ ਅੱਡ ਅੱਡ ਨੇ। ਇਹ ਅਮੀਰ ਹੈ ਜੀ, ਇਹ ਪੋਲੀਟੀਕਲ ਬੰਦਾ, ਇਹ ਧਾਰਮਿਕ ਬੰਦਾ, ਅੱਡ ਅੱਡ ਦਿਖਦੇ ਨਾ, ਪਰ ਤਿੰਨਾਂ ਨੂੰ ਇੱਕ ਦੂਜੇ ਦੀ ਲੋੜ ਹੈ। ਇਸ ਲਈ ਅੰਦਰ ਖਾਤੇ ਤਿੰਨੋਂ ਹੀ ਇੱਕ ਨੇ। ਅੰਦਰ ਖਾਤੇ ਪੋਲੀਟੀਕਲ ਬੰਦੇ, ਧਾਰਮਿਕ ਬੰਦੇ ਅਤੇ ਅਮੀਰ, ਇਹ ਤਿੰਨੋਂ ਇੱਕੋ ਹੀ ਨੇ। ਲੋਕਾਂ ਨੂੰ ਦਿਸਣ ਨੂੰ ਅੱਡ ਅੱਡ ਨੇ। ਜਿਵੇਂ ਪੋਲੀਟੀਕਲ ਪਾਰਟੀਆਂ ਸਟੇਜ 'ਤੇ ਐਂ ਲੱਗਣੀ ਪਤਾ ਨਹੀਂ ਇੱਕ ਦੂਜੇ ਦੇ ਦੁਸ਼ਮਣ ਨੇ, ਅਤੇ ਮਗਰੋਂ ਰਿਸ਼ਤੇਦਾਰੀ ਹੁੰਦੀ ਹੈ, ਦੋਸਤੀਆਂ ਹੁੰਦੀਆਂ ਨੇ, ਇਕੱਠਾ ਵਪਾਰ ਹੁੰਦਾ, ਇਕੱਠਾ ਬਿਜ਼ਨਸ ਹੁੰਦਾ ਕਈਆਂ ਦਾ। ਉੱਥੇ ਐਂ ਲੱਗੂ ਬਸ ਹਾਂ ਇਹ ਤਾਂ ਪਤਾ ਨਹੀਂ ਕਿੱਡੇ ਵੱਡੇ ਦੁਸ਼ਮਣ ਨੇ। ਦੇਖਣ ਨੂੰ ਸੰਸਾਰ ਨੂੰ ਐਂ ਲੱਗਦੇ ਨੇ ਤਿੰਨਾਂ ਦਾ ਕੋਈ ਮੇਲ ਨਹੀਂ। ਅਮੀਰ ਪੋਲੀਟੀਕਲ ਬੰਦੇ ਅਤੇ ਧਾਰਮਿਕ ਬੰਦੇ, ਇੱਕ ਦੂਜੇ ਦੀ ਲੋੜ ਹੈ। ਪੋਲੀਟੀਕਲ ਬੰਦੇ ਨੂੰ ਅਮੀਰਾਂ ਦੀ ਅਤੇ ਧਾਰਮਿਕ ਬੰਦੇ ਦੀ ਲੋੜ ਹੈ। ਅਮੀਰਾਂ ਤੋਂ ਉਹਨਾਂ ਨੂੰ ਪੈਸਾ ਮਿਲਦਾ, ਧਾਰਮਿਕ ਬੰਦੇ ਤੋਂ ਉਹਨੂੰ ਵੋਟ ਮਿਲਦੀ ਹੈ, ਕਿਉਂਕਿ ਧਾਰਮਿਕ ਬੰਦੇ ਮਗਰ ਵੋਟਾਂ ਆਉਂਦੀਆਂ ਨੇ। ਤਾਂ ਹੀ ਜਾ ਕੇ ਬਾਬਿਆਂ ਦੇ ਗੋਡੀ ਨਾਲ ਹੱਥ ਲਾਉਂਦੇ ਨੇ ਪੋਲੀਟੀਕਲ ਬੰਦੇ, ਜੋ ਇਲੈਕਸ਼ਨ ਨੇੜੇ ਆਉਂਦੀਆਂ, ਬਾਬਾ ਜੀ ਕਿਰਪਾ ਕਰੋ ਜੀ, ਫਿਰ ਹਾਂਜੀ। ਪੋਲੀਟੀਕਲ ਬੰਦਿਆਂ ਨੂੰ ਦੋਨਾਂ ਦੀ ਲੋੜ ਹੈ, ਅਮੀਰ ਦੀ ਅਤੇ ਧਾਰਮਿਕ ਬੰਦੇ ਦੀ। ਅਮੀਰ ਨੂੰ ਪੋਲੀਟੀਕਲ ਬੰਦੇ ਦੀ ਲੋੜ ਹੈ ਵੀ ਕੱਲ੍ਹ ਨੂੰ ਮੈਂ ਗਲਤ ਮਲਤ ਕੰਮ ਕਰਨੇ ਨੇ, ਪੋਲੀਟੀਕਲ ਬੰਦੇ ਮੇਰੇ ਵੱਲ ਹੋਣਗੇ, ਆਪਣਾ ਠੀਕ ਰਹੇ ਚੱਲੀ ਜਾਏਗਾ ਕੰਮ, ਆਪਾਂ ਠੱਗੀਆਂ ਠੋਰੀਆਂ ਕਰੀ ਜਾਵਾਂਗੇ ਇਹਨਾਂ ਦੇ ਆਸਰੇ। ਅਤੇ ਜਿਹੜਾ ਅਮੀਰ ਬੰਦਾ ਉਹਨੂੰ ਧਾਰਮਿਕ ਬੰਦੇ ਦੀ ਵੀ ਲੋੜ ਹੈ ਅਸੀਸ ਲੈਣ ਲਈ, ਅਤੇ ਧਾਰਮਿਕ ਬੰਦੇ ਨੂੰ ਇਹਨਾਂ ਦੋਨਾਂ ਦੀ ਲੋੜ ਹੈ। ਅਮੀਰ ਆ ਕੇ ਕੱਪੜੇ ਦਿੰਦਾ ਹੈ, ਮਾਇਆ ਦਿੰਦਾ ਹੈ, ਕਾਰਾਂ ਦਿੰਦਾ ਹੈ, ਬੜਾ ਕੁਛ ਦਿੰਦਾ ਆ ਕੇ ਹੈ, ਫਿਰ ਕੁਝ ਦਿੰਦਾ। ਇਹ ਤਿੰਨਾਂ ਨੂੰ ਇੱਕ ਦੂਜੇ ਦੀ ਲੋੜ ਹੈ, ਇਸ ਲਈ ਤਿੰਨੋਂ ਅੰਦਰ ਖਾਤੇ ਇੱਕੋ ਹੀ ਹਨ, ਦੇਖਣ ਨੂੰ ਇਹ ਅੱਡ ਅੱਡ ਲੱਗਦੇ ਹਨ। ਇਸੇ ਤਰ੍ਹਾਂ ਜਿਹੜਾ ਸੰਸਾਰਕ ਗਿਆਨੀ ਹੈ ਅਤੇ ਧਾਰਮਿਕ ਗਿਆਨੀ ਹੈ, ਦੇਖਣ ਨੂੰ ਦੋਨੋਂ ਅੱਡ ਅੱਡ ਨੇ, ਮੇਲ ਹੀ ਕੋਈ ਨਹੀਂ, ਪਰ ਦੋਨਾਂ ਨੂੰ ਹੀ ਇੱਕ ਦੂਜੇ ਦੀ ਲੋੜ ਹੈ, ਦੋਨਾਂ ਨੂੰ ਇੱਕ ਦੂਜੇ ਦੀ ਲੋੜ ਹੈ, ਅਤੇ ਇਸ ਕਰਕੇ ਦੋਨਾਂ ਦੀ ਹੀ ਨਿਭੀ ਨੁਭੀ ਜਾਂਦੀ ਹਨ। ਉਂਝ ਤਾਂ ਕਹਿ ਗਿਆਨੀਆਂ ਕਾ ਧਨ ਨਾਮ ਹੈ, ਗਿਆਨੀਆਂ ਦਾ ਜਿਹੜਾ ਧਨ ਹੈ ਉਹ ਨਾਮ ਹੈ। ਸਹਿਜ ਕਰੈ ਵਪਾਰ, ਉਹ ਸਹਿਜ ਸੁਭਾਅ ਨਾਮ ਦਾ ਵਪਾਰ ਕਰਦੇ ਹਨ, ਭਾਵ ਨਾਮ ਜਪਦੇ ਨੇ, ਨਾਮ ਜਪਾਉਂਦੇ ਨੇ। ਅਣ ਦਿਨ ਲਾਹਾ ਹਰ ਨਾਮ ਲੈਣ, ਦਿਨ ਰਾਤ ਨਾਮ ਦਾ ਲਾਹਾ ਖੜਦੇ ਨੇ। ਉਹ ਅਖੁੱਟ ਭਰੇ ਭੰਡਾਰ, ਅਤੇ ਉਹਨਾਂ ਕੋਲ ਨਾਮ ਦੇ ਨਾ ਮੁੱਕਣ ਵਾਲੇ ਭੰਡਾਰ ਭਰੇ ਹੁੰਦੇ। ਅਖੁੱਟ, ਖੁੱਟ ਹੁੰਦਾ ਮੁੱਕਣਾ, ਅਖੁੱਟ ਜਿਹੜਾ ਨਾ ਮੁੱਕੇ। ਉਹਨਾਂ ਕੋਲ ਨਾਮ ਦੇ ਭੰਡਾਰੇ ਨੇ ਜਿਹੜੇ ਕਦੇ ਮੁੱਕਦੇ ਹੀ ਨਹੀਂ, ਭੰਡਾਰੇ ਭਰੇ ਰਹਿੰਦੇ ਹਨ। ਕਿਉਂਕਿ ਸੰਸਾਰਕ ਧਨ ਜੇ ਵੰਡੀਏ, ਕਿਸੇ ਨੂੰ ਦੇਈਏ, ਤਾਂ ਆਪਣੇ ਕੋਲ ਧਨ ਘੱਟ ਜਾਏਗਾ। ਨਾਮ ਧਨ ਇੱਕ ਐਸਾ, ਜਿੰਨਾ ਤੁਸੀਂ ਦੂਜਿਆਂ ਨੂੰ ਵੰਡੋਗੇ ਓਨਾ ਹੀ ਇਹ ਵਧੇਗਾ, ਓਨਾ ਹੀ ਵਧੇਗਾ। ਮੈਂ ਚੌਥੀ ਸੀ, ਚੌਥੀ ਪੰਜਵੀਂ 'ਚ, ਚਲੋ ਮੇਰਾ ਹਿਸਾਬ ਕੁਦਰਤੀ ਹੀ ਸ਼ੁਰੂ ਤੋਂ ਚੰਗਾ ਸੀ।
ਹੁਣ ਜਿਵੇਂ ਕਲਾਸ 'ਚ ਮੋਨੀਟਰ ਸੀ, ਵੈਸੇ ਵੀ ਹਰ ਕਲਾਸ 'ਚ ਫਸਟ ਆਉਂਦਾ ਸੀ। ਦੁਪਹਿਰੇ ਜਿਹੜੇ ਸਨ ਬਹੁਤ ਸਾਰੇ ਬੱਚੇ ਮੇਰੇ ਕੋਲ ਆ ਜਾ ਕਦੇ ਪੜ੍ਹਨ। ਮੈਂ ਉਹਨੂੰ ਕਹਿਣਾ ਵੀ ਜਦੋਂ ਉਹਨਾਂ ਨੂੰ ਕੁੱਟ ਪੈਂਦੀ ਸੀ ਨਾ ਟੀਚਰ ਤੋਂ, ਮੈਨੂੰ ਤਰਸ ਆ ਜਾਣਾ ਹੈ। ਮੈਂ ਉਹਨੂੰ ਕਹਿਣਾ ਤੁਸੀਂ ਮੇਰੇ ਕੋਲ ਆ ਜਾ ਕਰੋ, ਆਪਾਂ ਰਲ ਕੇ ਹੋਮਵਰਕ ਕਰ ਲਿਆ ਕਰਾਂ, ਜਿਹੜਾ ਤੁਹਾਨੂੰ ਨਹੀਂ ਹੈਗਾ ਮੈਂ ਤੈਨੂੰ ਕਰਾ ਦਿਆ ਕਰਾਂਗੇ। ਮੈਂ ਉਹਨੂੰ ਸਵਾਲ ਕਢਾ ਦੇਣੇ, ਹੋਰ ਜਿਹੜਾ ਤੁਸੀਂ ਕਰਾ ਦੇਣਾ। ਬੇਬੇ ਨੇ ਕਹਿਣਾ ਵੇ ਕੀ ਤੂੰ ਇਹਨਾਂ ਨਾਲ ਮੱਥਾ ਮਾਰੀ ਜਾਂਦਾ। ਮੈਂ ਨਹੀਂ ਬੇਬੇ, ਜਿਹੜਾ ਮੈਂ ਇਹਨਾਂ ਨੂੰ ਸਵਾਲ ਸਮਝਾ ਦਿਆਂਗਾ ਮੇਰਾ ਤਾਂ ਪੱਕਾ ਹੋ ਗਿਆ ਨਾ। ਜਿਹੜਾ ਮੈਂ ਇਹਨਾਂ ਨੂੰ ਸਵਾਲ ਸਮਝਾ ਦਿਆਂਗਾ ਮੇਰਾ ਤਾਂ ਪੱਕਾ ਹੋ ਗਿਆ। ਮੈਂ ਇਸ ਲਈ ਇਹਨਾਂ ਨੂੰ ਕੁੱਟ ਪੈਣ ਬਚ ਜਾਏਗੀ ਅਤੇ ਮੇਰਾ ਪੱਕਾ ਹੋ ਗਿਆ, ਮੇਰਾ ਸਭ ਵਧੀਆ ਹੋ ਗਿਆ, ਦੋਨਾਂ ਨੂੰ ਲਾਭ ਹੋ ਗਿਆ ਨਾ। ਦੇਖਣ ਨੂੰ ਮੈਂ ਉਹਨਾਂ ਦਾ ਭਲਾ ਕਰ ਰਿਹਾ, ਉਹਨਾਂ ਨੂੰ ਪੜ੍ਹਾ ਰਿਹਾ, ਠੀਕ ਹੈ, ਪਰ ਜਿਹੜਾ ਪੜ੍ਹਾਉਂਦਾ ਹੈ ਉਹਦੀ ਆਪਣੀ ਵਿਦਵਤਾ ਵੀ ਵੱਧਦੀ ਰਹਿੰਦੀ ਹੈ, ਉਹਦਾ ਆਪਣਾ ਗਿਆਨ ਵੀ ਵੱਧਦਾ ਰਹਿੰਦਾ ਹੈ। ਇਸ ਲਈ ਜਿਹੜੇ ਇਹ ਭਗਤ ਹੁੰਦੇ ਨੇ, ਗਿਆਨੀ ਹੁੰਦੇ ਨੇ, ਇਹਨਾਂ ਜਿਹੜੇ ਭੰਡਾਰੇ ਨੇ ਇਹ ਅਖੁੱਟ ਨੇ, ਇਹ ਮੁੱਕਦੇ ਨਹੀਂ ਹੈਗੇ, ਇਹ ਹਮੇਸ਼ਾ ਭਰੇ ਰਹਿੰਦੇ ਨੇ, ਕਿਉਂਕਿ ਦਿਨ ਰਾਤ ਨਾਮ ਜਪ ਜਪ ਕੇ ਉਹ ਧਨ ਇਕੱਠਾ ਕਰਦੇ ਰਹਿੰਦੇ ਨੇ, ਕਰਦੇ ਰਹਿੰਦੇ ਨੇ। ਨਾਨਕ ਤੋਟ ਨਾ ਆਵੇ ਦੀਏ ਦੇਵਨ ਹਰ। ਇਹ ਫਿਰ ਨਾਮ ਦੇ ਭੰਡਾਰਿਆਂ 'ਚ ਕਦੇ ਕਮੀ ਨਹੀਂ ਹੁੰਦੀ, ਕਿਉਂਕਿ ਦੇਣ ਵਾਲੇ ਪਰਮਾਤਮਾ ਨੇ ਇਹ ਭੰਡਾਰੇ ਆਪਣੇ ਭਗਤਾਂ ਨੂੰ ਦਿੱਤੇ ਹੁੰਦੇ ਹਨ, ਇਸ ਲਈ ਇਹਨਾਂ 'ਚ ਕਮੀ ਨਹੀਂ ਆਉਂਦੀ। ਅੱਗੇ ਕਹਿੰਦੇ ਸ਼੍ਰੀ ਰਾਗ ਮਹਿਲਾ ਤੀਜਾ, ਤੀਸਰੇ ਪਾਤਸ਼ਾਹ ਫਰਮਾਨ ਕਰਦੇ ਨੇ, ਸਤਿਗੁਰ ਮਿਲੇ ਫੇਰ ਨਾ ਪਵੇ, ਜਨਮ ਮਰਨ ਦੁੱਖ ਜਾਏ, ਪੂਰੇ ਸ਼ਬਦ ਸਭ ਸੋਝੀ ਹੋਈ, ਹਰ ਨਾਮੈ ਰਹਿ ਸਮਾਏ। ਸਤਿਗੁਰ ਮਿਲੇ ਫੇਰ ਨਾ ਪਵੇ। ਗੁਰੂ ਨਾਲ ਜਦੋਂ ਮੇਲ ਹੁੰਦਾ ਫਿਰ ਦੁਬਾਰਾ ਜਨਮ ਨਹੀਂ ਲੈਣਾ ਪੈਂਦਾ, ਫੇਰਾ ਨਹੀਂ ਲਾਉਣਾ ਪੈਂਦਾ, ਕਿਉਂ ਜੇ ਗੁਰੂ ਨਾਲ ਮੇਲ ਹੋ ਗਿਆ ਫਿਰ ਬੰਦਾ ਗੁਰੂ ਦੇ ਆਖੇ ਲੱਗਦਾ ਹੈ। ਗੁਰੂ ਦੇ ਆਖੇ ਲੱਗਦਾ ਅਤੇ ਦੋ ਕੰਮ ਕਰਦਾ, ਇਹ ਕੋਈ ਸ਼ੁਭ ਕਰਮ ਕਰਦਾ ਹੈ, ਇਹ ਕੋਈ ਨਾਮ ਜਪਦਾ। ਜਿਹੜਾ ਬੰਦਾ ਦੋ ਕੰਮ ਕਰਦਾ ਰਹਿੰਦਾ ਵੀ ਮਾੜਾ ਕੰਮ ਕੋਈ ਨਹੀਂ ਕਰਨਾ ਅਤੇ ਨਾਮ ਜਪਦੇ ਰਹਿਣਾ, ਉਹਦਾ ਜੰਮਣ ਮਰਨ ਹੀ ਖਤਮ ਹੋ ਜਾਂਦਾ, ਉਹਨੂੰ ਦੁਬਾਰਾ ਗੇੜਾ ਹੀ ਨਹੀਂ ਲਾਉਣਾ ਪੈਂਦਾ। ਜਨਮ ਮਰਨ ਦੁੱਖ ਜਾਏ, ਜੰਮਣ ਮਰਨ ਜਿਹੜਾ ਦੁੱਖ ਹੈ ਉਹਦਾ ਖਤਮ ਹੋ ਜਾਂਦਾ। ਪੂਰੇ ਸ਼ਬਦ ਸਭ ਸੋਝੀ ਹੋਈ, ਹਰ ਨਾਮੈ ਰਹਿ ਸਮਾਏ। ਇਹੋ ਜਿਹਾ ਬੰਦਾ ਜਿਹਦੇ ਗੁਰੂ ਨਾਲ ਮੇਲ ਹੋ ਜਾਂਦਾ ਹੈ, ਪੂਰੇ ਸ਼ਬਦ, ਪੂਰੇ ਗੁਰੂ ਦੇ ਸ਼ਬਦ ਰਾਹੀਂ ਸਭ ਸੋਝੀ ਹੋਏ, ਉਹਨੂੰ ਹਰ ਪ੍ਰਕਾਰ ਦੀ ਸੋਝੀ ਹੋ ਜਾਂਦੀ। ਪਰਮਾਤਮਾ ਦਾ ਨਾਮ ਇੱਕ ਐਸੀ ਚੀਜ਼ ਹੈ ਕਿ ਅਗਿਆਨੀ ਬੰਦਾ ਵੀ ਨਾਮ ਜਪਦਾ ਰਹੇ, ਜਪਦਾ ਰਹੇ, ਜਪਦਾ ਰਹੇ, ਜਪਦਾ ਰਹੇ, ਉਹ ਗਿਆਨਵਾਨ ਹੋ ਜਾਂਦਾ ਹੈ, ਕਿਉਂਕਿ ਉਹਦੇ 'ਚ ਰੱਬੀ ਗੁਣ ਪੈਦਾ ਹੋ ਜਾਂਦਾ ਅਤੇ ਰੱਬ ਗਿਆਨਵਾਨ ਹੈ, ਉਹ ਸਹਿਜ ਸੁਭਾਈ ਗਿਆਨਵਾਨ ਹੋ ਜਾਂਦਾ ਹੈ। ਨਾਮ ਜਪਣ ਵਾਲੇ ਨੂੰ ਧੋਖਾ ਦੇਣਾ ਬਹੁਤ ਮੁਸ਼ਕਿਲ ਹੁੰਦਾ ਹੈ, ਕਿ ਉਹ ਨਾਮ ਜਪ ਜਪ ਕੇ ਉਹ ਸਿਆਣਾ ਹੋਈ ਜਾਂਦਾ ਦਿਨੋਂ ਦਿਨ। ਕਿੰਨਾ ਵੀ ਬੰਦਾ ਕਮਲਾ ਕਿਉਂ ਨਾ ਹੋਵੇ, ਅਗਰ ਨਾਮ ਜਪੀ ਜਾਏ, ਜਪੀ ਜਾਏ, ਉਹ ਸਿਆਣਿਆਂ ਤੋਂ ਵੀ ਵੱਧ ਸਿਆਣਾ ਹੋ ਜਾਂਦਾ ਹੈ। ਇਸ ਕਰਕੇ ਕਹਿੰਦੇ ਪੂਰਾ ਸ਼ਬਦ ਸਭ ਸੋਝੀ ਹੋਈ। ਜਦੋਂ ਰਿੱਧੀਆਂ ਸਿੱਧੀਆਂ ਹੀ ਪ੍ਰਾਪਤ ਹੋ ਜਾਣੀਆਂ ਨੇ, ਆਪੇ ਸੋਝੀ ਹੋ ਗਈ, ਤ੍ਰੈਕਾਲਦਰਸ਼ੀ ਹੋ ਜਾਂਦਾ ਬੰਦਾ। ਪਾਸਟ ਕਿਹੋ ਜਿਹੇ ਮਨ ਤੁਹਾਡੇ ਸਾਥ, ਤੁਸੀਂ ਤ੍ਰੈਕਾਲਦਰਸ਼ੀ ਹੋ, ਤੁਹਾਡੇ ਸਾਹਮਣੇ ਕੋਈ ਬੰਦਾ ਖੜ੍ਹਾ ਹੈ, ਤੁਸੀਂ ਉਹਦਾ ਪਾਸਟ ਵੀ ਦੱਸ ਸਕਦੇ ਹੋ, ਤੁਸੀਂ ਉਹਦਾ ਪ੍ਰੈਜੈਂਟ ਵੀ ਦੱਸ ਸਕਦੇ ਹੋ, ਅਗਲੇ ਜਨਮ ਨੇ ਕੀ ਬਣਨਾ ਉਹ ਵੀ ਤੁਸੀਂ ਦੱਸ ਸਕਦੇ ਹੋ, ਕਿਉਂਕਿ ਉਹਦਾ ਪਹਿਲੇ ਲਿਖਿਆ ਹੁੰਦਾ ਹੈ। ਚਾਰਾਂ ਯੁੱਗਾਂ ਦਾ ਪਹਿਲਾਂ ਹੀ ਲਿਖਿਆ ਹੋਇਆ ਸਭ ਕੁਛ। ਆਹ ਜੱਟਾਂ ਦਾ ਕੀ ਬਣਨਾ ਐਕਚੁਅਲੀ ਲਿਖਿਆ ਹੋਇਆ ਪਹਿਲੇ ਪਰਮਾਤਮਾ ਨੇ, ਜੋ ਲਿਖਿਆ ਹੋਇਆ ਉਹੀ ਹੋਣਾ, ਇਹ ਪਹਿਲੇ ਲਿਖਿਆ ਹੁੰਦਾ। ਸਾਡਾ ਦੇਸ਼ ਕਦੋਂ ਗੁਲਾਮ ਹੋਏਗਾ ਉਹ ਵੀ ਲਿਖਿਆ, ਅਤੇ ਕਦੋਂ ਆਜ਼ਾਦ ਹੋਏਗਾ ਉਹ ਵੀ ਲਿਖਿਆ ਹੋਇਆ ਸੀ। ਸਵਾਮੀ ਰਾਮ ਜੀ ਕਹਿੰਦੇ ਮੈਂ ਪਹਾੜਾਂ 'ਤੇ ਆਪਣੇ ਗੁਰੂ ਨਾਲ ਰਹਿੰਦਾ ਸੀ। ਇਹ ਕਈਆਂ 'ਚ ਨਾ ਸਵਾਮੀ ਕਹਿੰਦੇ ਗੁਰੂ, ਕਹਿੰਦੇ 1945 ਹੋ ਗਿਆ, ਸਾਰਾ ਦੇਸ਼ ਆਜ਼ਾਦੀ ਮੰਗਦਾ ਹੈ। ਮੈਂ ਆਪਣੇ ਗੁਰੂ ਨੂੰ ਕਿਹਾ ਸਵਾਮੀ ਜੀ, ਕਹਿੰਦਾ ਮੈਂ ਪੜ੍ਹਿਆ ਲਿਖਿਆ ਸੀ। ਮੈਂ ਕਿਹਾ ਸਵਾਮੀ ਜੀ ਸਾਰਾ ਦੇਸ਼ ਆਜ਼ਾਦੀ ਮੰਗਦਾ, ਆਪਾਂ ਕੀ ਇੱਥੇ ਪਹਾੜਾਂ 'ਚ ਬੈਠੇ ਰਾਮ ਰਾਮ ਕਰੀ ਜਾਂਦੇ।
ਮੈਨੂੰ ਆਗਿਆ ਦਿਓ, ਮੈਂ ਵੀ ਹਿੱਸਾ ਪਾਵਾਂ ਆਜ਼ਾਦੀ 'ਚ। ਕਹਿੰਦੇ ਰਾਮ, ਜਿਨ੍ਹਾਂ ਨੇ ਆਜ਼ਾਦੀ, ਜਿਹੜੇ ਆਜ਼ਾਦੀ ਮੰਗ ਰਹੇ ਨੇ, ਪਰਮਾਤਮਾ ਨੇ ਉਹਨਾਂ ਦੀ ਡਿਊਟੀ ਲਾਈ ਹੋਈ ਹੈ। ਜਿਨ੍ਹਾਂ ਦੀ ਆਜ਼ਾਦੀ ਮੰਗਣ 'ਤੇ ਡਿਊਟੀ, ਉਹ ਪਰਮਾਤਮਾ ਡਿਊਟੀ ਲਾਈ, ਉਹ ਆਜ਼ਾਦੀ ਮੰਗ ਰਹੇ ਨੇ। ਤੇਰੀ ਡਿਊਟੀ ਆਜ਼ਾਦੀ ਮੰਗਣਾ ਨਹੀਂ ਹੈ, ਤੇਰੀ ਡਿਊਟੀ ਨਾਮ ਜਪਣਾ ਅਤੇ ਜਪਾਉਣਾ ਹੈ। ਪਰਮਾਤਮਾ ਨੇ ਅੱਡ ਅੱਡ ਸਭ ਦੀਆਂ ਡਿਊਟੀਆਂ ਲਾ ਰੱਖੀਆਂ ਨੇ। ਜਿਨ੍ਹਾਂ ਨੇ ਆਜ਼ਾਦੀ ਮੰਗਣ ਦੀ ਡਿਊਟੀ ਨਾਲ ਆਜ਼ਾਦੀ ਮੰਗ ਰਹੇ ਨੇ, ਤੇਰੀ ਡਿਊਟੀ ਨਾਮ ਜਪਣ ਜਪਾਉਣ ਦੀ ਹੈ। ਬਾਕੀ ਰਹਿ ਗਿਆ ਦੇਸ਼ ਆਜ਼ਾਦ ਹੋਣਾ, ਇਹ ਤਾਂ ਕਿ 15 ਅਗਸਤ 1947 ਨੂੰ ਆਜ਼ਾਦ ਹੋ ਜਾਣਾ। 2.5 ਸਾਲ ਪਹਿਲਾਂ ਦੱਸ ਅਗਲੇ ਨੇ ਕਿ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋ ਜਾਣਾ। ਚਲੋ ਜੀ, ਸਮਾਂ ਲੰਘਦਾ ਗਿਆ। ਪਹਾੜਾਂ 'ਚ ਨਾ ਕੋਈ ਦਿਨ ਯਾਦ ਹੁੰਦਾ, ਨਾ ਕੋਈ ਤਰੀਕ ਯਾਦ ਹੁੰਦੀ। ਕਦੇ ਕਾਫੀ ਸਮੇਂ ਬਾਅਦ ਮੈਨੂੰ ਉੱਪਰੋਂ ਹੇਠਾਂ ਕੰਮ ਸੀ। ਮੈਂ ਪਹਾੜ ਤੋਂ ਕਹਿੰਦੇ ਹੇਠਾਂ ਉਤਰਿਆ। ਇੱਕ ਹੇਠੋਂ ਬੰਦਾ ਉੱਪਰ ਨੂੰ ਜਾ ਰਿਹਾ, ਮੈਨੂੰ ਵੇਖ ਕੇ ਨਮਸਕਾਰ ਉਹਨੇ ਕੀਤੀ। ਮੈਂ ਸਹਿਜ ਸੁਭਾਅ ਨੂੰ ਪੁੱਛਿਆ ਵੀ ਕਿਹੜਾ ਸਨ ਹੈ? ਕਹਿੰਦੀ 1947। ਮੈਂ ਵੀ ਕਿਹੜਾ ਮਹੀਨਾ ਹੈ? ਕਹਿੰਦਾ ਅਗਸਤ। ਮੈਂ ਕਿੰਨੀ ਤਰੀਕ ਹੈ? ਕਹਿੰਦਾ ਜੀ 16। ਮੈਂ ਦੇਸ਼ ਆਜ਼ਾਦ ਹੋ ਗਿਆ? ਕਹਿੰਦਾ ਹਾਂਜੀ ਕੱਲ੍ਹ ਹੋ ਗਿਆ। ਇਹ ਤਾਂ ਪਹਿਲੇ ਲਿਖਿਆ ਹੋਇਆ ਹੈ। ਦੇਸ਼ ਨੇ 15 ਅਗਸਤ 1947 ਨੂੰ ਆਜ਼ਾਦ ਹੋਣੇ ਤਾਂ ਪਹਿਲੇ ਹੀ ਲਿਖਿਆ ਹੋਇਆ। ਫਿਰ ਹਾਲਾਤ ਉਹ ਜਿਹੇ ਬਣਨੇ ਸ਼ੁਰੂ ਹੋ ਜਾਂਦੇ ਜਦੋਂ ਟਾਈਮ ਹੁੰਦਾ ਆਜ਼ਾਦ ਹੋ ਜਾਂਦਾ। ਤੁਹਾਡਾ ਸਾਡਾ ਸਭ ਦੀ ਕਿਸਮਤ ਪਹਿਲਾਂ ਹੀ ਲਿਖੀ ਹੋਈ ਹੈ। ਅਸੀਂ ਆਪਣੀ ਉਸ ਕਿਸਮਤ ਦੇ ਅਨੁਸਾਰ ਕਰਮ ਕਰਦੇ ਰਹਿੰਦੇ। ਬਸ ਸਿਰਫ ਇਹਨਾਂ ਸਾਨੂੰ ਪਤਾ ਨਹੀਂ ਹੈ, ਸਾਨੂੰ ਪਤਾ ਨਹੀਂ ਹੈ। ਇਸ ਲਈ ਅਸੀਂ ਚਿੰਤਤ ਰਹਿੰਦੇ ਹਾਂ ਵੀ ਕੱਲ੍ਹ ਨੂੰ ਪਤਾ ਨਹੀਂ ਕੀ ਹੋਏਗਾ, ਸਾਡੇ ਬੱਚੇ ਦਾ ਪਤਾ ਨਹੀਂ ਮੰਗਣਾ ਹੋਏਗਾ ਕਿ ਨਹੀਂ, ਇਹਦਾ ਵਿਆਹ ਹੋਏਗਾ ਕਿ ਨਹੀਂ ਹੋਇਆ। ਜਿਹੜੀ ਤਰੀਕ ਨੂੰ, ਜਿਹੜੇ ਸਾਲ ਨੂੰ ਵਿਆਹ ਹੋਣਾ ਉਸੇ 'ਚ ਹੀ ਹੋਣਾ। ਜਿੰਨਾ ਮਰਜ਼ੀ ਭੱਜ ਨੱਠ ਕਰ ਲਓ, ਉਹ ਤਾਂ ਪਹਿਲਾਂ ਹੀ ਲਿਖਿਆ ਹੋਇਆ। ਉਹ ਤਾਂ ਸਭ ਕੁਛ ਪਹਿਲਾਂ ਹੀ ਲਿਖਿਆ ਹੋਇਆ ਹੈ। ਤੁਹਾਡੇ ਨਾਲ ਕੀ ਹੋਣਾ ਹੈ, ਚਿੰਤਾ ਕਰੋ ਨਾ ਕਰੋ, ਉਹ ਤੁਹਾਡੀ ਮਰਜ਼ੀ ਹੈ। ਹੋਣਾ ਉਹੀ ਹੈ ਜੋ ਲਿਖਿਆ ਹੋਇਆ ਹੈ। ਜਿਹਦੇ ਭਾਗਾਂ 'ਚ ਭਜਨ ਬੰਦਗੀ ਲਿਖਣੀ ਹੈ, ਲਿਖੀ ਹੋਈ ਉਹਨੇ ਭਜਨ ਬੰਦਗੀ ਕਰੀ ਜਾਣੀ। ਜਿਹਦੇ ਭਾਗਾਂ 'ਚ ਨਹੀਂ ਲਿਖੀ, ਜਿੰਨਾ ਮਰਜ਼ੀ ਹੈ ਜ਼ੋਰ ਲਾ ਲਓ ਉਹਨੂੰ, ਨਹੀਂ ਕਰੇਗਾ। ਉਹ ਲਿਖੇ ਹੀ ਨਹੀਂ, ਕਰੇਗਾ ਕਿਵੇਂ? ਕਈ ਕਹਿਣਗੇ ਜੀ ਇਹ ਭਜਨ ਬੰਦਗੀ ਕਰਕੇ ਕਿਸਮਤ ਬਦਲ ਜਾਂਦੀ ਹੈ। ਮੈਂ ਇਹ ਵੀ ਲਿਖਿਆ ਹੁੰਦਾ ਹੈ ਬਈ ਫਲਾਣੇ ਸੰਨ ਦੇ ਵਿੱਚ ਤੂੰ ਭਜਨ ਬੰਦਗੀ ਸ਼ੁਰੂ ਕਰੇਗਾ, ਫਿਰ ਤੇਰੀ ਕਿਸਮਤ ਬਦਲੇਗੀ। ਕਿਸਮਤ ਹੀ ਬੰਦੇ ਨੂੰ ਭਜਨ ਬੰਦਗੀ ਵਾਲੇ ਪਾਸੇ ਲਾਉਂਦੀ ਹੈ। ਨਹੀਂ ਤਾਂ ਸਾਰੇ ਨਾਸਤਕਾਂ ਨੂੰ ਅਸੀਂ ਲਾ ਨਾ ਲਈਏ ਭਜਨ ਬੰਦਗੀ 'ਤੇ। ਨੋ, ਜਿਸ ਤਰੀਕ ਨੂੰ ਲਿਖਿਆ ਨਹੀਂ ਫਲਾਣੀ ਤਰੀਕ ਨੇ ਸੰਥਿਆ ਲੈਣੀ, ਉਸੇ ਤਰੀਕ ਨੂੰ ਤੁਸੀਂ ਸੰਥਿਆ ਲੈਣੀ। ਉਹ ਤੋਂ ਪਹਿਲਾਂ ਨਹੀਂ ਆਉਂਦੇ, ਚਾਹੇ ਗੁਆਂਢ 'ਚ ਵਸਦੇ ਹੋਵੋ। ਸਰਦਾਰ ਭਗਤ ਸਿੰਘ ਜੀ ਬੈਠੇ, ਕਹਿੰਦੇ ਮੈਂ ਨਾ ਇੱਕ ਦਿਨ ਬੈਠਾ, ਮੈਂ ਕਿਹਾ ਯਾਰ 25 ਸਾਲ ਹੋ ਗਏ ਗੁਆਂਢ ਦੇ ਵਿੱਚ ਸੰਥਿਆ ਚਲਦੀ ਨੂੰ, ਵੀ ਤੂੰ ਗੁਆਂਢ 'ਚ ਬੈਠਾ ਨਹੀਂ ਕਦੇ ਗਿਆ ਹੈ। ਦੇਖੋ ਸਮਾਂ ਆ ਗਿਆ, 25 ਸਾਲ ਵੇਖ ਰਹੇ ਵੀ ਲੋਕ ਆ ਜਾ ਰਹੇ ਨੇ, ਮੱਥਾ ਵੀ ਕਦੇ ਟੇਕਣ ਨਹੀਂ ਆਏ ਹੈਂ। ਜਦੋਂ ਸਮਾਂ ਆ ਗਿਆ ਫਿਰ ਵਿਚਾਰ ਹੋ ਗਏ, ਯਾਰ ਇੰਨੀ ਦੁਨੀਆ ਤੋਂ ਪਾੜ ਸੇ ਗਈ ਹੈ, ਤੂੰ ਗੁਆਂਢ 'ਚ ਬੈਠਾ ਹੀ ਨਹੀਂ ਕੁਛ ਕਰਦਾ, ਤੇ ਸਿੱਖਣ ਆ ਗਏ ਤੇ ਸਿੱਖ ਗਏ ਤੇ ਹੁਣ ਪੱਕੇ ਆਉਂਦੇ ਨੇ। ਉਹ ਸਮਾਂ ਆ ਗਿਆ, ਸਮੇਂ ਨੇ ਵਿਚਾਰ ਬਦਲਤੇ। ਹਾਲਾਤ ਤਾਂ ਪਹਿਲਾਂ ਹੈਗੇ ਹੀ ਸਨ, ਹਾਲਾਤ ਤਾਂ ਹੈਗੇ ਸਨ, ਸੰਥਿਆ ਦਿੱਤੀ ਜਾ ਰਹੀ ਸੀ, ਸਮਾਂ ਨਹੀਂ ਸੀ ਆਇਆ। ਜਦ ਸਮਾਂ ਆ ਗਿਆ ਵਿਚਾਰ ਬਦਲ ਗਏ, ਆ ਗਏ ਦਿਨ। ਇਹ ਪਹਿਲਾਂ ਹੀ ਲਿਖਿਆ ਹੁੰਦਾ ਹੈ। ਇਸ ਲਈ ਜੋ ਹੋ ਗਿਆ ਉਸ 'ਤੇ ਵੀ ਬਹੁਤ ਅਫਸੋਸ ਨਹੀਂ ਕਰਨਾ, ਉਹ ਐਂ ਹੀ ਲਿਖਿਆ ਸੀ, ਹੋ ਗਿਆ ਹੈ। ਅੱਗੇ ਵੀ ਉਹੀ ਹੋਣਾ, ਅੱਗੇ ਵੀ ਉਹੀ ਹੋਣਾ। ਭਜਨ ਬੰਦਗੀ ਵੀ ਤਾਂ ਹੀ ਅਸੀਂ ਕਰਾਂਗੇ ਜੇ ਸਾਡੇ ਲਿਖਿਆ ਹੋਇਆ ਹੈ। ਉਹ ਲਿਖਿਆ ਹੁੰਦਾ ਵੀ ਕਰੇਗਾ ਫਲਾਣੇ ਸੰਨ ਤੋਂ ਸ਼ੁਰੂ ਕਰੇਗਾ, ਆਹ ਤੇਰੇ ਨਾਲ ਘਟਨਾ ਵਾਪਰੇਗੀ, ਉਦੋਂ ਬਾਅਦ ਤੂੰ ਕਰੇਗਾ। ਉਹ ਫਿਰ ਪਰਮਾਤਮਾ ਨੇ ਬਿਹਤੇ ਬਣਾਉਣੀ। ਹੁਣ ਮੈਨੂੰ ਮੰਨ ਲਓ ਲਾਣਾ ਭਜਨ ਬੰਦਗੀ ਵਾਲੇ ਪਾਸੇ, ਮੈਂ ਸਵੇਰੇ ਪ੍ਰਿੰਸੀਪਲ ਨੂੰ ਦੱਸਣ ਚੱਲਿਆ ਵੀ ਜੀ ਮੈਂ MA 'ਚੋਂ ਪਾਸ ਹੋ ਗਿਆ। ਉਹਨਾਂ ਨੇ ਇਹ ਪੁੱਛਿਆ ਹੀ ਨਹੀਂ ਸਰਦਾਰ ਜੀ ਕਿਵੇਂ ਆਏ ਹੋ। ਉਹ ਕਹਿੰਦੇ ਸਰਦਾਰ ਜੀ ਭਜਨ ਬੰਦਗੀ ਕਰਦੇ ਹੋ। ਮੈਂ ਚੁੱਪ,
ਉਹ ਕਹਿੰਦਾ ਜਿਸ ਭਗਵਾਨ ਨੇ ਤੁਹਾਨੂੰ ਮਨੁੱਖਾ ਸਰੀਰ ਦਿੱਤਾ ਹੈ, ਜਿਸ ਭਗਵਾਨ ਨੇ ਤੁਹਾਨੂੰ ਸਰੀਰ ਦੇ ਸਾਰੇ ਅੰਗ ਪੂਰੇ ਦਿੱਤੇ ਨੇ, ਜਿਸ ਭਗਵਾਨ ਨੇ ਤੁਹਾਨੂੰ ਵਿੱਦਿਆ ਦਿੱਤੀ ਹੈ, ਜਿਸ ਭਗਵਾਨ ਨੇ ਤੁਹਾਨੂੰ ਅੱਛੇ ਖਾਨਦਾਨ 'ਚ ਪੈਦਾ ਕੀਤਾ ਹੈ, ਜਿਸ ਭਗਵਾਨ ਨੇ ਤੁਹਾਨੂੰ ਨੌਕਰੀ ਦਿੱਤੀ ਹੈ, ਜਿਸ ਭਗਵਾਨ ਨੇ ਤੁਹਾਨੂੰ ਆਦਰ ਮਾਣ ਦਿੱਤਾ ਹੈ, ਕਿ ਤੁਸੀਂ ਇਹਦਾ ਕਦੇ ਨਾਂ ਹੀ ਨਹੀਂ ਲਿਆ, ਤੁਸੀਂ ਕਦੇ ਨਾਂ ਹੀ ਨਹੀਂ ਲਿਆ। ਮੈਂ ਵੀ ਚੁੱਪ ਅਤੇ ਉਹ ਵੀ ਚੁੱਪ। ਬਸ ਇਹ ਘਟਨਾ ਵਾਪਰਨੀ ਸੀ ਅਤੇ ਜ਼ਿੰਦਗੀ ਬਦਲਣੀ ਸੀ ਬਸ, ਕਿਉਂਕਿ ਸਮਾਂ ਆ ਗਿਆ ਸੀ 14 ਅਗਸਤ 1947, 14 ਅਗਸਤ 1971 ਸਮਾਂ ਸੀ ਉਹ। ਐਸੀ ਘਟਨਾ ਵਾਪਰੀ ਕਿ ਉਦੋਂ ਕਿ ਮੈਂ ਪਾਸ ਹੋਇਆ ਸੀ, ਇਸ ਲਈ ਮੈਂ ਸਤੋਗੁਣੀ ਸੀ। ਜਦੋਂ ਅਸੀਂ ਸਤੋਗੁਣੀ ਹੁੰਦੇ ਹਾਂ ਨਾ, ਫਿਰ ਜਿਹੜੇ ਕਿਸੇ ਦੇ ਬਚਨ ਨੇ ਸਿੱਧੇ ਹੀ ਮਨ 'ਤੇ ਅਸਰ ਕਰਦੇ ਨੇ। ਕਬੀਰ ਸਾਹਿਬ ਜਦੋਂ ਸਤੋਗੁਣੀ ਸਨ, ਉਹ ਕਹਿੰਦੇ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਇੱਕ, ਬਾਹਿਆ ਮੈਨੇ ਚਲਾਇਆ, ਬਾਹਿਆ ਬਾਣ ਜੋ ਇੱਕ ਲਾਗਤ ਹੀ ਭੋਏ ਗਿਰ ਪਰਿਆ ਕਲੇਜੇ ਛੇਕ। ਇੱਕੋ ਹੀ ਕਹਿੰਦੇ ਬੋਲ ਬੋਲਿਆ ਗੁਰੂ ਨੇ, ਬਸ ਬਦਲਤਾ ਸਭ ਕੁਛ। ਕਈ ਵਾਰੀ ਇੱਕੋ ਸ਼ਬਦ ਹੀ ਜ਼ਿੰਦਗੀ ਬਦਲ ਕੇ ਰੱਖ ਸਕਦਾ ਹੈ। ਉਹ ਪਤਾ ਨਹੀਂ ਕਦੋਂ ਸਮਾਉਣਾ ਹੁੰਦਾ ਹੈ। ਆਇਆ ਸੀ ਤਾਂ ਮੈਂ ਤੁਹਾਨੂੰ ਸਾਰਾ ਦੱਸ ਰਿਹਾ ਕਿ ਜ਼ਿੰਦਗੀ ਬਹੁਤੀ ਚਿੰਤਾ ਨਹੀਂ ਕਰੀਦੀ, ਬਸ ਆਪਣਾ ਭਜਨ ਬੰਦਗੀ ਕਰਦੇ ਰਹੋ। ਜਿੰਨੀ ਭਜਨ ਬੰਦਗੀ ਵੱਧ ਤੋਂ ਵੱਧ ਹੋ ਸਕਦੀ ਕਰਦੇ ਰਹੋ, ਬਾਕੀ ਆਪੇ ਸਭ ਕੁਝ ਠੀਕ ਹੋ ਜਾਏਗਾ। ਜਿਹੜਾ ਭਜਨ ਬੰਦਗੀ ਕਰਦਾ, ਬਾਣੀ ਵਾਰੀ ਵਾਰੀ ਕਹਿੰਦੀ ਹੈ, ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਥ। ਕਾਜ ਦੀ ਚਿੰਤਾ ਹੈ ਨਾ, ਕੰਮ ਦੀ ਚਿੰਤਾ ਹੈ ਨਾ, ਵੀ ਮੇਰੇ ਕੰਮ ਹੋਊ, ਇਹ ਕਦੋਂ ਹੋਊ। ਬਾਣੀ ਕਹਿੰਦੀ ਹੈ ਵੀ ਤੁਸੀਂ ਭਜਨ ਬੰਦਗੀ ਕਰਦੇ ਰਹੋ, ਪਰਮਾਤਮਾ ਆਪੇ ਤੁਹਾਡੇ ਕਾਰਜ ਸਵਾਰੇਗਾ। ਗੱਲ ਖਤਮ ਹੋ ਗਈ, ਨਿਸ਼ਚਿੰਤ ਹੋ ਜਾਓ। ਬਸ ਭਜਨ ਬੰਦਗੀ ਬਜਾਏ ਸੋਚੀ ਜਾਓ ਫਜ਼ੂਲ ਦਾ, ਉਹ ਵਿਅਰਥ ਹੈ। ਸਾਡੇ ਤੁਹਾਡੇ ਸੋਚਿਆ ਕੁਛ ਨਹੀਂ ਹੋਣਾ। ਹੋਣਾ ਤਾਂ ਉਹ ਹੈ ਜੋ ਪਰਮਾਤਮਾ ਨੇ ਕਰਨਾ, ਹੋਣਾ ਉਹੀ ਹੈ ਜੋ ਉਸ ਨੇ ਕਰਨਾ। ਅਸੀਂ ਤਾਂ ਬਸ ਭਜਨ ਬੰਦਗੀ, ਜੇ ਸਾਡੇ ਭਾਗ ਚੰਗੇ ਹੋਣ, ਭਜਨ ਬੰਦਗੀ ਕਰਦੇ ਰਹੋ ਬਸ, ਬਾਕੀ ਸਭ ਕੁਛ ਆਪੇ ਪਰਮਾਤਮਾ ਠੀਕ ਕਰ ਦੇਗਾ। ਜਦੋਂ ਬਾਣੀ 'ਚ ਵਾਅਦੇ ਕੀਤੇ ਹੋਏ ਨੇ ਕਿ ਜਿਹੜਾ ਭਜਨ ਬੰਦਗੀ ਪਰਮਾਤਮਾ ਉਹਦਾ ਸਤਿਕਾਰ ਕਰਾ ਦੇਗਾ ਸੰਸਾਰ 'ਚ, ਜਿਹੜਾ ਭਜਨ ਬੰਦਗੀ ਕਰੇਗਾ ਪਰਮਾਤਮਾ ਦੇ ਕਾਰਜ ਸਵਾਰ ਦੇਗਾ, ਜਿਹੜਾ ਭਜਨ ਬੰਦਗੀ ਪਰਮਾਤਮਾ ਰਿੱਧੀਆਂ ਸਿੱਧੀਆਂ ਦਾਤ ਦੇ ਦੇਗਾ, ਜਿਹੜਾ ਭਜਨ ਬੰਦਗੀ ਕਰੇਗਾ ਲੋਕ ਸਲਾਮਾਂ ਝੁਕ ਝੁਕ ਕੇ ਕਰਨਗੇ। ਕਿੰਨਾ ਕੁਛ ਲਿਖਿਆ ਬਾਣੀ 'ਚ। ਬੰਦਾ ਇਹ ਸਾਰੀਆਂ ਚੀਜ਼ਾਂ ਚਾਹੁੰਦਾ ਪਰ ਭਜਨ ਬੰਦਗੀ ਨਹੀਂ ਕਰਦਾ। ਥੁੱਕੀ ਬੜੇ ਨਹੀਂ ਪੱਕਦੇ, ਕਹਾਵਤ ਹੈ ਨਾ, ਥੁੱਕੀ ਬੜੇ ਨਹੀਂ ਪੱਕਦੇ, ਉਹ ਤੇਲ 'ਚ ਹੀ ਪੱਕਣਗੇ। ਗੱਲਾਂ ਬਾਤਾਂ ਨਹੀਂ ਹੋਏਗਾ, ਕਰਮ ਕਰਨਾ ਪੈਣਾ ਉਸ ਤਰ੍ਹਾਂ। ਹਾਂ, ਕਰੀ ਚਲੋ ਭਜਨ ਬੰਦਗੀ। ਬਾਣੀ ਦਾ ਸ਼ੌਕ ਹੈ, ਬਾਣੀ ਪੜ੍ਹੀ ਜਾਓ। ਨਾਮ ਜਪਣ ਦਾ ਸ਼ੌਕ ਹੈ, ਨਾਮ ਜਪੀ ਜਾਓ। ਨਹੀਂ ਵੀ ਸ਼ੌਕ ਹੈ ਤਾਂ ਵੀ ਜਪਣਾ, ਕਿਉਂਕਿ ਕੁਝ ਜ਼ਰੂਰੀ ਕੰਮ ਹੁੰਦੇ ਜਿਹਨੂੰ ਅਸੀਂ ਛੱਡ ਨਹੀਂ ਸਕਦੇ। ਕਈ ਵਾਰ ਬੱਚੇ ਦਾ ਪੜ੍ਹਾਈ 'ਚ ਮਨ ਨਹੀਂ ਲੱਗਦਾ, ਪਰ ਅਸੀਂ ਉਹਦਾ ਲਾਉਣਾ ਫਿਰ ਵੀ, ਕਿਉਂਕਿ ਪੜ੍ਹਾਈ ਜ਼ਰੂਰੀ ਹੈ। ਅੱਜ ਦੇ ਜ਼ਮਾਨੇ 'ਚ ਵਿੱਦਿਆ ਜ਼ਰੂਰੀ ਹੈ। ਵਿੱਦਿਆ ਨੂੰ ਤੀਸਰਾ ਨੇਤਰ ਕਿਹਾ ਗਿਆ ਹੈ। ਦੋ ਅੱਖਾਂ 'ਤੇ ਦਾਤੇ ਨੇ ਦਿੱਤੀਆਂ, ਜਿਹੜੀ ਵਿੱਦਿਆ ਤੀਸਰਾ ਨੇਤਰ ਹੁੰਦਾ ਹੈ। ਵਿੱਦਿਆ ਜ਼ਰੂਰੀ ਹੈ। ਇਹ ਉਹਨੂੰ ਜਚਾਈ ਜਾਣਾ, ਹੌਲੀ ਹੌਲੀ ਬੱਚੇ ਨੂੰ ਜਚ ਜੇ ਵੀ ਹਾਂ ਸੰਸਾਰ ਦੇ ਵਿੱਚ ਉਹਨਾਂ ਦੇਸ਼ਾਂ ਨੇ ਤਰੱਕੀ ਕੀਤੀ ਜਿਹੜੇ ਦੇਸ਼ ਪੜ੍ਹੇ ਲਿਖੇ ਸਨ, ਉਹਨਾਂ ਪਰਿਵਾਰਾਂ ਨੇ ਤਰੱਕੀ ਕੀਤੀ ਜਿਹੜੇ ਪੜ੍ਹੇ ਲਿਖੇ ਸਨ, ਉਸ ਵਿਅਕਤੀ ਨੇ ਤਰੱਕੀ ਕੀਤੀ ਜਿਹੜਾ ਪੜ੍ਹਿਆ ਲਿਖਿਆ ਸੀ। ਪੜ੍ਹਾਈ ਤੋਂ ਬਿਨਾਂ ਤਰੱਕੀ ਹੁੰਦੀ ਹੋਈ ਨਹੀਂ ਹੈਗੀ। ਜਿਹੜੇ ਅਨਪੜ੍ਹ ਰਹੇ ਨੇ ਉਹ ਤਾਂ ਦਿਹਾੜੀ ਕਰਦੇ ਨੇ, 400 ਕਮਾ ਲਾ ਕੋਈ ਰੋਜ਼ ਦਾ, ਪਰਿਵਾਰ ਦਾ ਮਸਾਂ ਗੁਜ਼ਾਰਾ ਚੱਲੇਗਾ। ਉਹ ਵੀ ਤਾਂ ਜੇ ਤੁਸੀਂ ਸ਼ਰਾਬ ਸ਼ਰੂਬ ਨਹੀਂ ਪੀਂਦੇ। ਜੇ ਤੁਹਾਨੂੰ ਕਹੇ ਪੜ੍ਹੇ ਤਾਂ ਪਰਿਵਾਰ ਦਾ ਗੁਜ਼ਾਰਾ ਵੀ ਨਹੀਂ ਹੋਣਾ। ਦਿਹਾੜੀ ਕਰਨ ਵਾਲਾ ਮਜ਼ਦੂਰ ਕੋਠੀਆਂ ਨਹੀਂ ਪਾ ਸਕਦਾ, ਯਾਦ ਰੱਖਿਓ। ਕੋਈ ਮਜ਼ਦੂਰ ਕੋਠੀ ਨਹੀਂ ਪਾ ਸਕਦਾ। ਪੜ੍ਹੇ ਲਿਖੇ ਲੋਕ ਹੀ ਪਾਉਂਦੇ ਨੇ। ਪੜ੍ਹਾਈ ਜ਼ਰੂਰੀ ਹੈ। ਪੜ੍ਹਾਈ ਦੇ ਨਾਲ ਹੀ ਧਨ ਕਮਾਇਆ ਜਾ ਸਕਦਾ ਹੈ। ਇਸ ਲਈ ਪੜ੍ਹਾਈ ਬਹੁਤ ਜ਼ਰੂਰੀ ਹੈ। ਬੱਚੇ ਨੂੰ ਜਚਾਉਂਦੇ ਰਹੀਦਾ। ਤਾਂ ਮੈਂ ਤੁਹਾਨੂੰ ਕਹਿਣਾ, ਤੁਸੀਂ ਬਾਲ ਬੱਚਿਆਂ ਵਾਲੇ ਹੋ, ਆਪਣੇ ਬੱਚੇ ਨੂੰ ਜਚਾਉਂਦੇ ਰਹੋ। ਨਿਗਾਹ ਮਾਰ ਕੇ ਇਤਿਹਾਸ 'ਤੇ ਵੇਖ ਲਓ,
ਇੰਗਲੈਂਡ ਸਾਰੀ ਦੁਨੀਆ 'ਤੇ ਰਾਜ ਕਰੇ, ਟੁੱਟਿਆ ਜਿਹਾ ਦੇਸ਼ ਹੈ। ਪੰਜਾਬ 'ਚ ਥੋੜ੍ਹੀ ਵੱਧ ਆਬਾਦੀ ਉਹਦੀ ਹੈ, ਛੋਟਾ ਜਿਹਾ ਦੇਸ਼ ਹੈ। ਸਾਰੀ ਦੁਨੀਆ 144 ਦੇਸ਼ਾਂ 'ਤੇ ਰਾਜ ਕਰ ਗਿਆ। ਕਹਿੰਦੇ ਸੀ ਅੰਗਰੇਜ਼ਾਂ ਦੇ ਰਾਜ ਸੂਰਜ ਡੁੱਬਦਾ ਹੀ ਨਹੀਂ, ਜੇ ਹਿੰਦੁਸਤਾਨ ਡੁੱਬ ਗਿਆ ਤਾਂ ਦੂਜੇ ਕਿਸੇ ਦੇਸ਼ ਚੜ੍ਹ ਗਿਆ ਜਿੱਥੇ ਉਹਨਾਂ ਦਾ ਰਾਜ ਹੈ। ਇਸ ਕਹਿੰਦੇ ਡੁੱਬਦਾ ਹੀ ਨਹੀਂ ਹੈ। ਸਿਰ ਪੜ੍ਹੇ ਲਿਖੇ ਲੋਕ ਸਨ, ਇਸ ਕਰਕੇ ਉਹ ਪੜ੍ਹੇ ਲਿਖੇ ਹੋਣ ਕਰਕੇ ਹੀ ਸਾਰੀ ਦੁਨੀਆ 'ਤੇ ਰਾਜ ਕਰ ਗਏ। ਜਿਉਂ ਦੂਜੇ ਪੜ੍ਹੀ ਗਏ ਉਹਨਾਂ 'ਤੇ ਰਾਜ ਖੋ ਹੀ ਗਏ। ਦੇਖੋ, ਜਿੰਨਾ ਚਿਰ ਅਸੀਂ ਅਨਪੜ੍ਹ ਸੀ ਸਾਡੇ 'ਤੇ ਰਾਜ ਕਰਦੇ ਰਹੇ। ਜਦੋਂ ਸਾਡੇ ਲੀਡਰ ਪੜ੍ਹ ਲਿਖ ਗਏ, ਉਹ ਪੜ੍ਹ ਲਿਖ ਗਏ ਤਾਂ ਉਹਨਾਂ ਨੂੰ ਗਿਆਨ ਹੋ ਗਿਆ, ਉਹਨਾਂ ਆਜ਼ਾਦੀ ਮੰਗਣੀ ਸ਼ੁਰੂ ਕਰਤੀ। ਹੌਲੀ ਹੌਲੀ ਜਿਹੜੇ ਪੜ੍ਹੀ ਗਏ ਆਜ਼ਾਦੀ ਮੰਗੀ ਗਏ, ਜਿਹੜੇ ਪੜ੍ਹੀ ਗਏ ਆਜ਼ਾਦੀ ਮੰਗੀ ਗਏ। ਇਹਦੇ ਕਹਿਣ ਅਸੀਂ ਆਜ਼ਾਦ ਹੋ ਗਏ। ਅਨਪੜ੍ਹਾਂ ਨੇ ਕੀ ਸਭ ਮੰਗਣਾ ਸੀ? ਅਨਪੜ੍ਹ ਕੀ ਮੰਗਣਾ? ਇਹ ਪੜ੍ਹਾਈ ਹੈ, ਇਹ ਵਿੱਦਿਆ ਹੈ। ਵਿੱਦਿਆ ਦੇ ਜ਼ੋਰ ਨਾਲ ਹੀ ਤੁਸੀਂ ਅਮੀਰ ਹੋ ਸਕਦੇ ਹੋ, ਉਂਝ ਨਹੀਂ ਹੋ ਸਕਦੇ ਤੁਸੀਂ। ਹਾਂ 1-2% ਹੈ ਵੀ ਕਿਸਮਤ 'ਚ ਅਮੀਰੀ ਲਿਖੀ ਹੈ, ਉਹ ਤਾਂ ਗੱਲ ਵੱਖਰੀ ਹੈ ਨਾ। ਉਹ ਤਾਂ ਅਮੀਰ ਦੇ ਕਰੋੜਪਤੀ ਦੇ ਘਰ ਪੈਦਾ ਹੋ ਗਏ, ਇਸ ਲਈ ਉਹ ਅਮੀਰ ਹੋ ਗਏ। ਹੁਣ ਜਿਹੜਾ ਸਧਾਰਨ ਬੰਦਾ ਹੈ ਉਹ ਵਿੱਦਿਆ ਦੇ ਜ਼ੋਰ ਨਾਲ ਹੀ ਅਮੀਰ ਹੋ ਸਕਦਾ ਹੈ। ਅਨਪੜ੍ਹ ਬੰਦਾ ਅਮੀਰ ਨਹੀਂ ਹੋ ਸਕਦਾ, ਉਹ ਡੰਗ ਸਾਰ ਸਕਦਾ ਹੈ। ਸੋ ਗੁਰੂ ਮਹਾਰਾਜ ਕਹਿੰਦੇ, ਪੂਰੇ ਸ਼ਬਦ ਸਭ ਸੋਝੀ ਹੋਈ, ਹਰ ਨਾਮੈ ਰਹਿ ਸਮਾਏ। ਪੂਰੇ ਗੁਰੂ ਦੇ ਸ਼ਬਦ ਰਾਹੀਂ ਫਿਰ ਮਨੁੱਖ ਨੂੰ ਸੋਝੀ ਹੋ ਜਾਂਦੀ ਹੈ। ਜਦੋਂ ਸੋਝੀ ਹੁੰਦੀ ਹੈ ਫਿਰ ਕੀ ਕਰਦਾ ਹੈ? ਹਰ ਨਾਮੈ ਰਹਿ ਸਮਾਏ। ਉਹ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦਾ ਹੈ। ਹਰ ਵਕਤ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਜਪਦਾ ਰਹਿੰਦਾ ਹੈ, ਜਪਦਾ ਰਹਿੰਦਾ ਹੈ। ਅਸੀਂ ਕੰਮ ਛੱਡ ਕੇ ਨਾਮ ਨਹੀਂ ਜਪਣਾ। ਅਸੀਂ ਗ੍ਰਸਥੀ ਬੰਦੇ ਹਾਂ। ਕਿਤੇ ਕਥਾ ਸੁਣ ਕੇ ਕਹੋ ਜੀ ਹਾਂ ਜੀ ਕੰਮ ਨਹੀਂ ਛੱਡਣਾ। ਤੁਸੀਂ ਆਟਾ ਗੁੰਨ ਰਹੇ ਹੋ, ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਤੁਹਾਨੂੰ ਕੋਈ ਰੋਕਦਾ ਨਹੀਂ। ਸਬਜ਼ੀ ਕੱਟ ਰਹੇ ਹੋ, ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਸਬਜ਼ੀ ਬਣਾ ਰਹੇ ਹੋ, ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਰੋਟੀਆਂ ਪਕਾ ਰਹੇ ਹੋ, ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਸੈਰ ਕਰ ਰਹੇ ਹੋ, ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਕੱਪੜੇ ਧੋ ਰਹੇ ਹੋ, ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਪੋਚਾ ਲਾ ਰਹੇ ਹੋ, ਵਾਹਿਗੁਰੂ ਵਾਹਿਗੁਰੂ ਕਰੀ। ਟਾਈਮ ਹੀ ਟਾਈਮ ਹੈ, ਸਮੇਂ ਦੀ ਕੋਈ ਕਮੀ ਨਹੀਂ। ਹਿੰਦੁਸਤਾਨ ਦਾ ਵਿਹਲੜਾਂ ਦਾ ਦੇਸ਼ ਕਹਿੰਦੇ ਨੇ, ਫਿਰ ਵੀ ਮੌਜਾਂ ਕਰਦੇ ਨੇ। ਇਹ ਤਾਂ ਸ਼ਾਹੀ ਦੇਸ਼ ਹੈ। ਪਤਾ ਨਹੀਂ ਕਿਉਂ ਲੋਕ ਇਹਨੂੰ ਛੱਡ ਛੱਡ ਕੇ ਬਾਹਰ ਜਾ ਰਹੇ ਨੇ। ਇਹ ਇੱਕ ਕਮਾਉਂਦਾ 4 ਖਾਂਦੇ ਨੇ। ਬਾਹਰਲੇ ਦੇਸ਼ ਇੱਕ ਕਮਾਉਂਦਾ ਇੱਕੋ ਹੀ ਖਾਂਦਾ। ਜਾਓ ਲੈ ਲਓ ਸਵਾਦ ਬਾਹਰ ਜਾ ਕੇ। ਬਾਹਰ ਇੱਕ ਕਮਾਉਂਦਾ ਇੱਕੋ ਹੀ ਖਾਂਦਾ, ਦੂਜੇ ਨੂੰ ਨਹੀਂ ਖਵਾ ਸਕਦਾ। ਇੱਥੇ ਤਾਂ ਬੀਬੀਆਂ ਕੋਈ ਨੌਕਰੀ ਨਹੀਂ ਕਰਦੀ, ਘਰ ਆਪਣੇ ਰੋਟੀ ਪਾਣੀ ਖਾਧਾ ਪਿਆ ਅਤੇ ਖਾ ਰਹੀਆਂ ਨੇ। ਬਾਹਰਲੇ ਦੇਸ਼ ਤੁਸੀਂ ਹੁੰਦੀਆਂ ਨਾ, ਤੁਸੀਂ ਵੀ 8-8 10-10 ਘੰਟੇ ਕੰਮ ਕਰਕੇ ਆਉਣਾ ਸੀ, ਫਿਰ ਨਾਨੀ ਯਾਦ ਆਉਣੀ ਸੀ। ਹਾਂ, ਅਤੇ ਫਿਰ ਉਹ ਟੁੱਟੀ ਜਿਹੀ ਇੱਕ ਪਾਈ ਹੋਣੀ ਸੀ ਪੈਂਟ, ਨਾ ਉਹ ਪੂਰੀ ਨਾ ਪਾਉਣੀ ਹੋਣੀ ਸੀ। ਅਤੇ ਫਿਰੀ ਜੋ ਉਹਦੇ 'ਚ ਹੀ ਸਾਰੀ ਉਮਰ। ਇੱਥੇ ਤਾਂ 25-25 30-30 ਤੁਹਾਡੇ ਕੋਲ ਸੂਟ ਨੇ, ਕਦੇ ਕੋਈ ਪਾ ਲਿਆ, ਕਦੇ ਕੋਈ ਪਾ ਲਿਆ। ਸਰਦਾਰ ਜੀ ਕਮਾ ਰਹੇ ਨੇ, ਬਾਕੀ ਟੱਬਰ ਐਸ਼ ਕਰ ਰਿਹਾ ਹੈ। ਸੋ ਇਸ ਲਈ ਇਹ ਵਿੱਦਿਆ ਹੈ। ਅਤੇ ਆ ਜਿਹੜਾ ਬ੍ਰਹਮ ਗਿਆਨ ਹੈ, ਪਰਮਾਤਮਾ ਦਾ ਨਾਮ ਹੈ, ਇਹ ਸਭ ਤੋਂ ਵੱਡੀ ਵਿੱਦਿਆ ਹੈ। ਜਿਹਦੇ ਕੋਲ ਨਾਮ ਹੈ ਨਾ, ਉਹਨੂੰ ਤਾਂ ਕੋਈ ਪੜ੍ਹਾ ਹੀ ਨਹੀਂ ਸਕਦਾ। ਉਹ ਤਾਂ ਧੁਰੋਂ ਹੀ ਪੜ੍ਹਿਆ ਹੁੰਦਾ। ਉਹਨੂੰ ਕੌਣ ਪੜ੍ਹਾ ਸਕਦਾ? ਉਹਦੇ ਕੋਲ ਨਾਮ ਹੈ। ਨਾਮ ਨੇ ਸਿਆਣਪ ਹੀ ਉਹਨੂੰ ਇੰਨੀ ਦਿੱਤੀ ਕਿ ਹੋਰ ਉਹਦੀ ਸਿਆਣਪ ਨੂੰ ਕੱਢ ਹੀ ਨਹੀਂ ਕੋਈ ਸਕਦਾ। ਸਾਰੀ ਸਿਆਣਪ ਪਰਮਾਤਮਾ ਤੋਂ ਹੁੰਦੀ ਹੈ, ਅਤੇ ਪਰਮਾਤਮਾ ਦੇ ਨਾਮ ਦੇ ਵਿੱਚ ਸਾਰੀ ਸਿਆਣਪ ਹੈ। ਸਾਰੀਆਂ ਦਾਤਾਂ ਪਰਮਾਤਮਾ ਤੋਂ ਹੁੰਦੀਆਂ ਨੇ। ਪਰਮਾਤਮਾ ਦੇ ਨਾਮ ਵਿੱਚ ਸਾਰੀਆਂ ਦਾਤਾਂ ਨੇ। ਸਾਰਾ ਧਨ ਪਰਮਾਤਮਾ ਤੋਂ ਹੁੰਦਾ ਹੈ, ਪਰਮਾਤਮਾ ਦੇ ਨਾਮ 'ਚੋਂ ਸਾਰਾ ਧਨ ਹੈ। ਸਾਰੀਆਂ ਸ਼ਕਤੀਆਂ ਪਰਮਾਤਮਾ ਕੋਲ ਨੇ, ਸਾਰੀਆਂ ਸ਼ਕਤੀਆਂ ਉਹਦੇ ਨਾਮ ਵਿੱਚ ਨੇ। ਜੋ ਕੁਛ ਪਰਮਾਤਮਾ ਕੋਲੇ ਹੈ ਉਹੀ ਉਹਦੇ ਨਾਮ ਵਿੱਚ ਹੈ। ਨਾਮ ਜਪੀ ਜੋ ਰੱਬ ਕੋਲੇ ਤੁਹਾਨੂੰ ਮਿਲਣਾ ਸ਼ੁਰੂ ਹੋ ਜਾਏਗਾ, ਆਪਣੇ ਆਪ ਹੀ ਮਿਲੀ ਜਾਵੇਗਾ। ਮੰਗਣ ਦੀ ਲੋੜ ਨਹੀਂ, ਕੁਛ ਮੰਗਣ ਦੀ ਲੋੜ ਨਹੀਂ। ਜੋ ਪਰਮਾਤਮਾ ਕੋਲੇ ਹੈ ਉਹ ਉਹਦੇ ਨਾਮ ਦੇ ਵਿੱਚ ਹੈ। ਬਸ ਉਹਦਾ ਨਾਮ ਜਪੀ ਜੋ ਪਰਮਾਤਮਾ ਕੋਲ ਹੈ, ਸਮੇਂ ਸਮੇਂ ਤੁਹਾਨੂੰ ਮਿਲੀ ਜਾਣਾ, ਮਿਲੀ ਜਾਣਾ। ਤੁਹਾਡੇ ਕੋਲ ਇੰਨਾ ਕੁਛ ਹੋ ਜਾਣਾ ਕਿ ਤੁਸੀਂ ਆਪ ਹੀ ਦਾਤੇ ਹੋ ਜਾਣਾ। ਜਦੋਂ ਸਾਡੇ ਕੋਲ ਫਾਲਤੂ ਚੀਜ਼ ਹੋ ਜਾਏ ਫਿਰ ਅਸੀਂ ਦੂਜਿਆਂ 'ਚ ਵੰਡਦੇ ਹਾਂ ਨਾ,
ਜਦੋਂ ਆਪਾਂ ਵਾਹ ਅਮੀਰ ਹੋ ਜਾਣੇ ਤਾਂ ਹੀ ਗਰੀਬਾਂ ਦੀ ਸਹਾਇਤਾ ਕਰਦੇ ਹਨ। ਜੇ ਅਸੀਂ ਆਪ ਹੀ ਗਰੀਬ ਹਾਂ ਕੀ ਸਹਾਇਤਾ ਕਰਾਂਗੇ। ਨਾਮ ਨੇ ਹਰ ਇੱਕ ਚੀਜ਼ ਵੱਧ, ਪਰਮਾਤਮਾ ਦਾਤਾ ਹੈ, ਤੁਸੀਂ ਵੀ ਇੱਕ ਦਿਨ ਦਾਤੇ ਹੋ ਜਾਓਗੇ। ਹੁਣ ਤੁਹਾਡੀ ਮਰਜ਼ੀ, ਮੰਗਤੇ ਰਹਿਣਾ ਭਾਈ ਮੰਗਤੇ ਰਹੀਏ, ਦਾਤੇ ਬਣਨਾ ਦਾਤੇ ਬਣ ਸਕਦੇ ਹੋ। ਪਰਮਾਤਮਾ ਨੇ ਮੇਰੇ ਨਾਮ ਜਪੀ ਜਾਓ, ਤੁਸੀਂ ਵੀ ਇੱਕ ਦਿਨ ਦਾਤੇ ਹੋ ਜਾਓਗੇ। ਗੁਰੂ ਦਾਤੇ ਨੇ, ਗੁਰੂ ਤਾਂ ਮੰਗਦੇ ਨੇ ਦਾਤਾ ਖਲੋ ਕੇ। ਸਾਧੂ ਸੰਤ ਵੀ ਦਾਤੇ ਹੁੰਦੇ ਨੇ, ਕਿਉਂ ਉਹਨਾਂ ਨੇ ਨਾਮ ਜਪਿਆ, ਨਾਮ ਕਰਕੇ ਉਹਨਾਂ ਕੋਲ ਦਾਤਾ ਨੇ। ਜੋ ਪਰਮਾਤਮਾ ਕੋਲੇ ਹੈ ਯਾਦ ਰੱਖੋ, ਉਹੀ ਉਸਦੇ ਨਾਮ ਵਿੱਚ ਹੈ। ਬਸ ਸੋਚਦਾ ਵਾਹਿਗੁਰੂ 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 ਕਰੀ ਜਾਣਾ। ਇਸ ਵਾਹਿਗੁਰੂ ਨਾਮ ਦੇ ਵਿੱਚ ਹੀ ਵਾਹਿਗੁਰੂ ਹੈ, ਅਤੇ ਇਹਦੇ ਵਿੱਚ ਵਾਹਿਗੁਰੂ ਹੈ, ਅਤੇ ਇਹਦੇ ਵਿੱਚ ਫਿਰ ਇਹਦੇ ਸਭ ਕੁਛ ਹੈ, ਸਭ ਕੁਛ ਹੈ। ਸਮਝਣ ਦੀ ਕੋਸ਼ਿਸ਼ ਕਰੋ। ਜਦੋਂ ਸਮਝ ਆ ਗਈ ਨਾ, ਤੁਹਾਡਾ ਨਾਮ ਤੋਂ ਬਿਨਾਂ ਸਰਨਾ ਹੀ ਨਹੀਂ। ਤੁਸੀਂ ਤਾਂ ਕਹੋਗੇ ਅਸੀਂ ਇੰਨੇ ਸਾਲ ਐਵੇਂ ਹੀ ਗੁਆਤੇ, ਦਿਨ ਰਾਤ ਨਾਮ ਜਪੀ ਜੋਗੇ, ਕੋਈ ਵੀ ਕੰਮ ਕਰੀਏ ਨਾ ਵੀ ਉਸ 'ਚ ਹੀ ਬਰਕਤ ਹੋ ਜਾਏਗੀ। ਨਾਮ ਜਪਦਿਆਂ ਤੁਸੀਂ ਜੋ ਵੀ ਕੰਮ ਕਰੋਗੇ ਉਸੇ 'ਚ ਬਰਕਤ ਹੋ ਜਾਏਗੀ। ਜੋ ਮਰਜ਼ੀ ਕਰਕੇ ਵੇਖ ਲਓ। ਕਈ ਕਹਿੰਦੇ ਸਾਡੀ ਕਮਾਈ ਬਹੁਤ ਹੈ, ਬਰਕਤ ਨਹੀਂ ਹੈ। ਮੈਂ ਤੁਸੀਂ ਕਦੇ ਬਾਣੀ ਪੜ੍ਹੀ ਹੈ, ਕਦੇ ਨਾਮ ਜਪੇ? ਨਾ ਜੀ। ਮੈਂ ਫਿਰ ਬਰਕਤ ਕਾਹਦੀ ਹੋਵੇ। ਮੈਂ ਤੁਸੀਂ ਬਾਣੀ ਪੜ੍ਹਨੀ ਸ਼ੁਰੂ ਕਰ ਦਿਓ, ਜਿਹੜਾ ਵੀ ਕੰਮ ਕਰ ਦਿਓ ਉਸੇ 'ਚ ਬਰਕਤ ਹੋ ਜਾਏਗੀ। ਤੁਹਾਡੀ ਕਮਾਈ 'ਚ ਵਾਧਾ ਹੋਣਾ ਸ਼ੁਰੂ ਹੋ ਜਾਏਗਾ। ਤੁਹਾਡੇ ਫਜ਼ੂਲ ਦੇ ਖਰਚੇ ਖਤਮ ਹੋ ਜਾਣਗੇ। ਤੁਹਾਡੇ ਦੁਰਘਟਨਾਵਾਂ ਰੁਕ ਜਾਣਗੀਆਂ। ਤੁਹਾਡੇ 'ਤੇ ਮੁਕੱਦਮੇ ਨਹੀਂ ਚੱਲਣਗੇ। ਤੁਹਾਡੀਆਂ ਚੋਰੀਆਂ ਨਹੀਂ ਹੋਣਗੀਆਂ। ਤੁਹਾਡੇ ਕੋਲ ਪੈਸਾ ਹੀ ਪੈਸਾ ਹੋ ਜਾਏਗਾ। ਨਾਮ ਜਪੀ ਜਾਓ ਬਸ। ਉੱਠਦੇ ਬੈਠਦੇ ਤੁਰਦੇ ਫਿਰਦੇ ਕੰਮ ਧੰਦਾ ਕਰਦੇ ਨਾਮ ਜਪੀ ਜਾਓ। ਵਾਹਿਗੁਰੂ 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 ਕਰਦੇ ਰਹੋ। ਤੁਹਾਨੂੰ 6 ਮਹੀਨਿਆਂ 'ਚ ਉਹਦਾ ਨਤੀਜਾ ਮਿਲਣਾ ਸ਼ੁਰੂ ਹੋ ਜਾਏਗਾ। 6 ਮਹੀਨਿਆਂ ਦੇ ਵਿੱਚ ਨਤੀਜਾ ਮਿਲਣਾ ਸ਼ੁਰੂ ਹੋ ਜਾਏਗਾ, ਅਤੇ ਫਿਰ ਤੁਸੀਂ ਲੱਗੇ ਰਹੋਗੇ ਆਪੇ ਹੀ। ਫਿਰ ਮੈਨੂੰ ਵਾਰੀ ਕਹਿਣ ਦੀ ਲੋੜ ਨਹੀਂ ਪਏਗੀ। ਫਿਰ ਰੋਜ਼ ਗੱਲਾਂ ਕਹਿਣ ਦੀ ਲੋੜ ਨਹੀਂ ਪਏ, ਫਿਰ ਆਪੇ ਹੀ ਲੱਗੇ ਰਹੋਗੇ। ਸੋ ਗੁਰੂ ਮਹਾਰਾਜ ਕਿਰਪਾ ਕਰਨ। ਹਾਂ, ਸਮੇਂ ਦੀ ਕੋਈ ਕਮੀ ਨਹੀਂ ਹੁੰਦੀ। ਇਹ ਐਵੇਂ ਬਹਾਨੇ ਹੁੰਦੇ ਨੇ ਜੀ, ਸਮਾਂ ਨਹੀਂ ਹੈ। ਰੋਟੀ ਪਕਾਉਂਦੇ ਹੋ ਤੁਸੀਂ ਕੀ ਕਰਦੇ ਹੋ ਜੀ? ਸਮਾਂ ਹੀ ਹੈ। ਰੋਟੀ ਪਕਾਈ ਜੋ ਵਾਹਿਗੁਰੂ ਕਰੀ ਜਾਓ। ਜਿਹੜਾ ਖਾਊਗਾ ਉਸ ਰੋਟੀ ਨੂੰ ਉਹ ਵੀ ਵਾਹਿਗੁਰੂ ਕਰੇਗਾ। ਜਿਹੜਾ ਤੁਹਾਡੀ ਵਾਹਿਗੁਰੂ ਕਰਦੇ ਸਬਜ਼ੀ ਬਣਾਈ, ਜਿਹੜਾ ਸਬਜ਼ੀ ਖਾਏਗਾ ਉਹ ਵੀ ਵਾਹਿਗੁਰੂ ਕਰੇਗਾ। ਉਹ ਵਾਹਿਗੁਰੂ ਕਰਦੇ ਆ। ਤੁਸੀਂ ਆਟਾ ਗੁੰਨਿਆ, ਉਸ ਆਟੇ ਤੋਂ ਜੋ ਬਣੇਗਾ ਵਾਹਿਗੁਰੂ ਕਰੇਗਾ। ਹਾਂ, ਉਹ ਵਾਹਿਗੁਰੂ ਹਰ ਇੱਕ ਚੀਜ਼ ਦੇ ਵਿੱਚ ਪ੍ਰਵੇਸ਼ ਕਰ ਗਿਆ ਹੈ। ਆਟੇ 'ਚ ਪ੍ਰਵੇਸ਼ ਕਰ ਗਿਆ, ਪਾਣੀ 'ਚ ਪ੍ਰਵੇਸ਼ ਕਰ ਗਿਆ, ਰੋਟੀ 'ਚ ਪ੍ਰਵੇਸ਼ ਕਰ ਗਿਆ, ਦਾਲ 'ਚ ਪ੍ਰਵੇਸ਼ ਕਰ ਗਿਆ, ਸਬਜ਼ੀ 'ਚ ਪ੍ਰਵੇਸ਼ ਕਰ ਗਿਆ। ਅਤੇ ਜਿੱਥੇ ਪਰਮਾਤਮਾ ਆਏਗਾ ਉੱਥੇ ਦੱਸੋ ਕਿਸ ਚੀਜ਼ ਦੀ ਕਮੀ ਰਹਿ ਜਾਏਗੀ? ਹਾਂ, ਉਹਨੂੰ ਕਹਿੰਦੇ ਲੰਗਰ। ਸੋ ਇਸ ਲਈ ਜੋ ਵੀ ਕੰਮ ਕਰੋ, ਸੈਰ ਕਰ ਰਹੇ ਹੋ ਤਾਂ ਵੀ ਵਾਹਿਗੁਰੂ ਕਰਿਓ। ਮਤ ਕਿਸੇ ਨਾਲ ਗੱਲਾਂ ਕਰੋ। 2 ਬੰਦੇ ਰਲ ਕੇ ਸੈਰ ਨਾ ਕਰੋ, ਨਹੀਂ ਜਦੋਂ 2 ਰਲੋਗੇ ਫਿਰ ਗੱਲਾਂ ਕਰੋਗੇ। ਇਕੱਲੇ ਕਰਕੇ ਸੈਰ ਕਰੋ। ਜੇ 2 ਨਿਕਲੇ ਕਰੋ, ਅੱਗੜ ਪਿਛੜ ਹੋ ਜਾਓ। 5-10 ਕਦਮਾਂ ਦਾ ਫਰਕ ਇੱਕ ਦੂਜੇ ਨੂੰ ਰੱਖ ਲਓ, ਹਾਂ, ਤਾਂ ਜੋ ਕੋਈ ਤੁਸੀਂ ਗੱਲ ਨਾ ਕਰ ਸਕੋ। ਸੈਰ ਕਰ ਰਹੇ ਹੋ, ਸਫ਼ਰ ਕਰ ਰਹੇ ਹੋ, ਲੇਟੇ ਹੋ, ਬੈਠੇ ਹੋ, ਵਿਹਲੇ ਹੋ, ਕੋਈ ਦਿਮਾਗੀ ਕੰਮ ਨਹੀਂ ਕਰ ਰਹੇ ਤੁਸੀਂ। ਸਰੀਰਕ ਕੰਮ ਕਰਦੇ ਤਾਂ ਭਜਨ ਬੰਦਗੀ ਕੀਤੀ ਜਾ ਸਕਦੀ ਹੈ। ਸਮੇਂ ਦਾ ਸਦ ਉਪਯੋਗ ਹੋਏਗਾ। ਇੱਕ ਵਾਰੀ ਰੁਚੀ ਪੈਦਾ ਹੋ ਗਈ, ਲੋੜ ਹੀ ਨਹੀਂ ਪੈਣੀ ਕਿਤੇ ਬਾਹਰ ਜਾਣ ਦੀ। ਤੁਹਾਡਾ ਜੀਅ ਨਹੀਂ ਕਰਨਾ। ਜਦੋਂ ਇੱਕ ਵਾਰੀ ਰੁਚੀ ਪੈਦਾ, ਅਵਾਰਾਗਰਦੀ ਕਰਨ ਨੂੰ, ਬਾਹਰ ਘੁੰਮਣ ਫਿਰਨ ਨੂੰ ਜੀਅ ਨਹੀਂ ਕਰਨਾ। ਹਾਂ, ਵੀ ਕੀ ਕਰਨਾ, ਵੀ ਟਾਈਮ ਖਰਾਬ ਹੁੰਦਾ, ਬਾਹਰ ਜਾਵਾਂਗੇ ਤਾਂ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਹਰ ਨਾਮੈ ਰਹਿ ਸਮਾਏ। ਉਹਨੂੰ ਹੋ ਗਈ ਸੋਝੀ, ਪੂਰੇ ਸ਼ਬਦ ਸਭ ਸੋਝੀ ਹੋਈ। ਪੂਰੇ ਗੁਰੂ ਦੇ ਸ਼ਬਦ ਰਾਹੀਂ ਫਿਰ ਸੋਝੀ ਹੋ ਜਾਂਦੀ ਹੈ। ਜਦੋਂ ਸੋਝੀ ਹੋ ਗਈ, ਹਰ ਨਾਮੈ ਰਹਿ ਸਮਾਏ। ਉਹ ਹਰੀ ਦੇ ਨਾਮ ਵਿੱਚ ਹਮੇਸ਼ਾ ਫਿਰ ਲੀਨ ਰਹਿੰਦਾ ਹੈ। ਮਨ ਮੇਰੇ ਸਤਿਗੁਰ ਸਿਉ ਚਿਤ ਲਾਏ, ਨਿਰਮਲ ਨਾਮ ਸਦ ਨਭ ਤਨੂ, ਆਪ ਵਸੈ ਮਨ ਆਏ। ਮਨ ਮੇਰੇ, ਹੇ ਮੇਰੇ ਮਨਾ, ਸਤਿਗੁਰ ਸਿਉ ਚਿਤ ਲਾਏ। ਸਿਉ ਹੁੰਦਾ ਨਾਲ, ਅਤੇ ਉਹ ਗੁਰੂ ਨਾਲ ਆਪਣਾ ਚਿੱਤ ਜੋੜ। ਸਾਡਾ ਗੁਰੂ ਕੌਣ ਹੈ? ਬਾਣੀ। ਸਾਡਾ ਗੁਰੂ ਹੁਣ ਕੌਣ ਹੈ? ਬਾਣੀ। ਅਸੀਂ ਬਾਣੀ ਨਾਲ ਚਿੱਤ ਜੋੜਦੇ, ਬੜੇ ਪਿਆਰ ਨਾਲ, ਧਿਆਨ ਨਾਲ ਬਾਣੀ ਪੜ੍ਹਨੀ।
ਫਿਰ ਜੋ ਧਿਆਨ ਨਾਲ ਪੜ੍ਹਾਂਗੇ, ਪਿਆਰ ਨਾਲ ਪੜ੍ਹਾਂਗੇ, ਉਹਨੂੰ ਅਸੀਂ ਫਿਰ ਸਮਝਾਂਗੇ ਵੀ ਕੀ ਕਹਿੰਦੀ ਹੈ ਬਾਣੀ। ਜਦੋਂ ਸਮਝ ਆਏਗੀ ਤਾਂ ਫਿਰ ਬਾਣੀ ਅਨੁਸਾਰ ਜੀਵਨ ਵੀ ਹੌਲੀ ਹੌਲੀ ਹੋ ਜਾਏਗਾ। ਜੇ ਮੈਂ ਪੜ੍ਹ ਰਿਹਾ ਤਾਂ ਮੈਨੂੰ ਪਤਾ ਹੀ ਨਹੀਂ ਮੈਂ ਕੀ ਪੜ੍ਹ ਰਿਹਾ, ਉਹ ਤਾਂ ਫਾਰਮੈਲਿਟੀ ਹੋ ਜਾਏਗੀ ਵੀ ਹਾਂਜੀ ਕਿਹਾ ਜੀ ਨਿਤਨੇਮ ਕਰਨਾ ਚਾਹੀਦਾ, ਕਰ ਰਹੇ, ਉਹ 'ਚ ਕੀ ਲਿਖਿਆ ਕੋਈ ਪਤਾ ਨਹੀਂ ਹੈ, ਉਹ ਕੋਈ ਪਤਾ ਨਹੀਂ ਹੈ। ਤਾਂ ਹੀ ਕਥਾ ਕੀਤੀ ਨਾ ਨਿਤਨੇਮ ਦੀ, ਵੀ ਚਲੋ ਸਿੱਖਾਂ ਲਈ ਨਿਤਨੇਮ ਜ਼ਰੂਰੀ ਹੈ। ਕਥਾ ਕੀਤੀ ਕਈ ਦਿਨਾਂ 'ਚੋਂ ਪੂਰੀ ਹੋਈ ਹੈ, YouTube 'ਤੇ ਉਹ ਹੈਗੀ ਹੈ, ਜਦੋਂ ਮਰਜ਼ੀ ਹੈ ਖੋਲ੍ਹ ਕੇ ਸੁਣਨਾ ਸ਼ੁਰੂ ਕਰ ਦਿਓ, ਹੌਲੀ ਹੌਲੀ ਤੁਹਾਨੂੰ ਫਿਰ ਅਰਥ ਆਉਣ ਲੱਗ ਜਾਣਗੇ। ਇੱਕ ਵਾਰੀ ਸਾਰੇ ਅਰਥ ਸੁਣ ਲਏ, ਫਿਰ ਉਹਨਾਂ ਲਾ ਲਓ, ਨਾਲੇ 1 ਘੰਟਾ ਤੁਸੀਂ ਉਹ ਬਾਣੀ ਸੁਣ ਲਈ, ਨਾਲ ਉਹਦੇ ਅਰਥ ਸੁਣ ਲਏ, ਤੁਹਾਨੂੰ ਸਮਝ ਆਉਣੀ ਸ਼ੁਰੂ ਹੋ ਜਾਏਗੀ। ਕਾਕੇ ਨੇ ਜਿਹੜਾ ਹੈ ਕਿਰਪਾ ਕਰਤੀ, ਗੁਰੂ ਮਹਾਰਾਜ ਨੇ ਮੈਨੂੰ ਸੋਝੀ ਦਿੱਤੀ ਵੀ ਇਹ ਰਿਲੇ ਕਰਨਾ ਸ਼ੁਰੂ ਕਰੋ, ਵੀ ਸੰਗਤ ਆ ਤਾਂ ਸਕਦੇ ਨੇ ਕਰੋਨਾ ਕਾਰਨ, ਵੀ ਚਲੋ ਕੁਛ ਸੁਣ ਲਿਆ ਕਰਨਗੇ। ਮੈਂ ਇਹਦੇ ਨਾਲ ਗੱਲ ਸਾਂਝੀ ਕੀਤੀ, ਹਾਂ ਕਹਿੰਦੇ ਆਪਾਂ ਕਰ ਦਿਆਂਗੇ ਚਲੋ, ਕਹਿੰਦੇ ਵਾਈਫਾਈ ਲਵਾ ਲਓ ਜੀ। ਮੈਂ ਭਾਈ ਮੈਨੂੰ ਤਾਂ ਪਤਾ ਨਹੀਂ, ਤੂੰ ਲੈ, ਮੈਂ ਤਾਂ ਪੈਸੇ ਦੇਣੇ ਨੇ। ਉਹ ਵਾਈਫਾਈ ਫਿੱਟ ਕਰ ਦੀ, ਇਹ ਰਿਲੇ ਹੋਣਾ ਸ਼ੁਰੂ ਹੋ ਗਿਆ। ਅੱਜ ਵੀ ਇੱਕ ਆਸਟ੍ਰੇਲੀਆ ਤੋਂ ਬੀਬੀ ਬੋਲ ਰਹੀ ਸੀ, ਕਹਿੰਦਾ ਅਸੀਂ ਤੁਹਾਡੀ ਰੋਜ਼ ਕਥਾ ਸੁਣਦੇ ਹਾਂ ਜੀ। ਕੋਈ ਕਿਤੋਂ ਵਾਲਾ ਮੈਨੂੰ ਕਹਿੰਦਾ ਜੀ, ਕਹਿੰਦਾ ਕੋਈ ਕਿਤੋਂ ਵਾਲਾ ਕਹਿੰਦਾ ਜੀ, ਦੂਰ ਦੂਰ ਅੱਡ ਅੱਡ ਦੇਸ਼ਾਂ 'ਚ ਬੈਠੇ ਆਪਣੇ ਸਤਸੰਗੀ ਜਿਹੜੇ ਨੇ ਇਹ ਕਥਾ ਵਾਰਤਾ ਸੁਣਦੇ ਰਹਿੰਦੇ ਨੇ। ਹੌਲੀ ਹੌਲੀ ਗਿਆਨ ਹੋਏਗਾ, ਕਦੇ ਨਾ ਕਦੇ ਕੋਈ ਗੱਲ ਦਿਮਾਗ 'ਚ ਵਸ ਜਾਂਦੀ ਹੈ ਵੀ ਹਾਂ ਯਾਰ ਆਪਾਂ ਵੀ ਇਸ ਤਰ੍ਹਾਂ ਕਰੋ। ਮੰਨ ਲਓ ਤੁਹਾਡੇ ਦਿਮਾਗ 'ਚ ਕਿਸੇ ਦੇ ਵਸ ਗਈ ਹੈ ਵੀ ਬਾਬਾ ਜੀ ਨੇ ਕਿੰਨਾ ਜ਼ੋਰ ਲਾ ਕੇ ਕਿਹਾ ਹੈ ਕਿ ਪਰਮਾਤਮਾ ਆਪਣੇ ਨਾਮ ਵਿੱਚ ਹੈ, ਜੋ ਰੱਬੀ ਸ਼ਕਤੀ ਨੇ ਉਹਦੇ ਨਾਮ ਵਿੱਚ ਨੇ, ਜੋ ਰੱਬ ਸਾਨੂੰ ਦਿੰਦਾ ਉਹੀ ਨਾਮ ਦੇ ਸਕਦਾ ਸਾਨੂੰ, ਫਿਰ ਨਾਮ ਹੀ ਜਪੀ ਜਾਓ ਬਸ। ਜਦੋਂ ਗੁਰੂ ਨਾਨਕ ਜੀ ਨੇ ਪੁੱਛਿਆ ਵੀ ਰੱਬ ਤੋਂ ਵੀ ਤਗੜਾ ਹੈ, ਕਹਿੰਦੇ ਹਾਂ। ਉਹ ਬੜਾ ਹੈਰਾਨ ਹੋਇਆ ਵੀ ਰੱਬ ਤੋਂ ਵੱਡਾ ਕੌਣ ਹੈ? ਕਹਿੰਦੇ ਰੱਬ ਤੋਂ ਵੱਡਾ ਉਹਦਾ ਨਾਮ ਹੈ। ਨਾਮ ਨਾਲ ਤੁਸੀਂ ਰੱਬ ਨੂੰ ਵਸ 'ਚ ਕਰ ਸਕਦੇ ਹੋ, ਫਿਰ ਨਾਮ ਵੱਡਾ ਹੈ ਨਾ। ਨਾਮ ਐਡਾ ਵੱਡਾ ਹੈ ਕਿ ਜਿਹੜਾ ਸੰਸਾਰ 'ਚ ਸਭ ਤੋਂ ਵੱਡਾ ਹੈ ਰੱਬ, ਜਿਹਦੇ ਹੁਕਮ ਤੋਂ ਬਿਨਾਂ ਤੀਲਾ ਨਹੀਂ ਕਹਿੰਦੇ ਹਿਲਦਾ, ਪੱਤਾ ਨਹੀਂ ਹਿਲਦਾ ਹੈ, ਉਸ ਨੂੰ ਕਾਬੂ ਕਰਨਾ ਨਾਮ ਹੈ। ਜਿਹਦੇ ਨਾਲ ਕਿਸੇ ਨੂੰ ਕਾਬੂ ਕੀਤਾ ਜਾ ਸਕੇ ਉਹੀ ਚੀਜ਼ ਵੱਡੀ ਹੋਈ ਨਾ। ਨਾਮ ਦੇ ਨਾਲ ਪਰਮਾਤਮਾ ਨੂੰ ਵਸ 'ਚ ਕੀਤਾ ਜਾ ਸਕਦਾ ਹੈ, ਅਤੇ ਜਿਹਨੂੰ ਵਸ 'ਚ ਕਰ ਲਓ ਫਿਰ ਜੋ ਮਰਜ਼ੀ ਉਸ ਤੋਂ ਲੈ ਲਓ, ਫਿਰ ਜੋ ਮਰਜ਼ੀ ਉਸ ਤੋਂ ਲੈ ਲਓ, ਫਿਰ ਨਾਮ ਜਪੀ ਜਾਓ ਬਸ। ਇਸੇ ਚੀਜ਼ ਸਭ ਕੁਛ ਹੈ, ਜੋ ਕੁਛ ਪਰਮਾਤਮਾ ਵਿੱਚ ਹੈ ਉਹ ਉਸਦੇ ਨਾਮ ਵਿੱਚ ਹੈ। ਬਸ ਇਹ ਗੱਲ ਚੰਗੀ ਤਰ੍ਹਾਂ ਯਾਦ ਰੱਖਣੀ। ਤਰਲੇ ਤੁਰਲੇ ਕੱਢਣ ਦੀ ਲੋੜ ਕੋਈ ਨਹੀਂ, ਨਾਮ ਜਪੀ ਜਾਓ ਜਪੀ ਜਾਓ, ਮੰਗਣ ਦੀ ਵੀ ਲੋੜ ਨਹੀਂ, ਨਾਮ ਨੇ ਤੁਹਾਨੂੰ ਆਪੇ ਹੀ ਦੇਈ ਜਾਣਾ ਹੈ। ਨਾਮ ਨੇ ਆਪੇ ਹੀ ਦੇਈ ਜਾਣਾ ਹੈ। ਪਰਮਾਤਮਾ ਜਾਣੀ ਜਾਣ ਹੈ, ਉਹਦਾ ਨਾਮ ਵੀ ਜਾਣੀ ਜਾਣ ਹੈ। ਤੁਹਾਨੂੰ ਕੀ ਚਾਹੀਦਾ ਮਿਲੀ ਜਾਣਾ ਬਸ। ਸਿਰਫ ਇੰਨਾ ਕਿ ਪਰਮਾਤਮਾ ਫਿਰ ਤੁਹਾਨੂੰ ਉਹ ਚੀਜ਼ ਦੇਵੇਗਾ ਜਿਹੜੀ ਤੁਹਾਡੇ ਲਈ ਲਾਭਦਾਇਕ ਹੈ। ਤੁਸੀਂ ਮੰਗਿਆ ਪੁੱਤਰ, ਪੁੱਤਰ ਨਿਕਲਣਾ ਸੀ ਨਲਾਇਕ, ਉਹਨੇ ਸਾਨੂੰ ਵੱਡੇ ਕੀ ਕਰਨਾ ਸੀ ਤੰਗ। ਪਰਮਾਤਮਾ ਨੇ ਸੋਚਿਆ ਮੇਰਾ ਦਿਨ ਰਾਤ ਨਾਮ ਜਪਦਾ ਰਹਿੰਦਾ ਹੈ, ਅਗਰ ਇਹਨੂੰ ਮੈਂ ਨਲਾਇਕ ਪੁੱਤਰ ਦੇਤਾ ਇਹਦੇ ਨਾਮ 'ਚ ਵਿਘਨ ਪੈ ਜਾਏਗਾ। ਪਰਮਾਤਮਾ ਤੁਹਾਡੀ ਇੱਛਾ ਹੀ ਨਹੀਂ ਪੂਰੀ ਕਰਦਾ, ਉਹਨੇ ਵੀ ਇੱਛਾ ਪੂਰੀ ਕਰੇਗਾ। ਜਿਹੜੀ ਇੱਛਾ ਪਰਮਾਤਮਾ ਨਾ ਪੂਰੀ ਕਰ, ਸਮਝੋ ਇਹ 'ਚ ਮੇਰਾ ਭਲਾ ਹੈ, ਇਹ 'ਚ ਮੇਰਾ ਭਲਾ ਹੈ। ਪਰਮਾਤਮਾ ਨਾਰਾਜ਼ ਨਹੀਂ ਹੋਣਾ, ਉਹ ਸਾਡੇ ਤੋਂ ਕਿਤੇ ਵੱਧ ਸਿਆਣਾ। ਹੁਣ ਤਾਂ ਸਾਡੇ ਫਿਊਚਰ ਦਾ ਪਤਾ ਹੈ, ਸਾਨੂੰ ਤਾਂ ਪਤਾ ਹੀ ਨਹੀਂ ਵੀ ਜਿਹੜਾ ਸਾਡਾ ਜਵਾਕ ਹੋ ਰਿਹਾ ਸਾਡੇ ਲਈ ਲਾਭਦਾਇਕ ਹੈ ਨੁਕਸਾਨਦਾਇਕ ਹੈ, ਕਿ ਇਹ ਸਾਨੂੰ ਵੱਡਾ ਕਿ ਗਾਲਾਂ ਕੱਢੇ ਸਾਡੀ ਦਾੜੀ ਪੱਟੇਗਾ, ਸਾਨੂੰ ਤਾਂ ਪਤਾ ਹੀ ਨਹੀਂ। ਅਸੀਂ ਮੰਗਦੇ ਰਹਿੰਦੇ ਹਾਂ। ਪਰਮਾਤਮਾ ਨੂੰ ਪਤਾ ਹੈ ਵੀ ਇਹਦੀ ਭਜਨ ਬੰਦਗੀ 'ਚੋਂ ਰੁਕਾਵਟ ਪਾਵੇਗਾ, ਇਸ ਲਈ ਉਹ ਦਿੰਦਾ ਹੀ ਨਹੀਂ ਹੈਗਾ। ਆਪੇ ਤੁਸੀਂ ਚੀਂ ਫੀ ਕਰਕੇ ਰੁਕ ਜਾਂਦੇ, ਕੀ ਕਰੋਗੇ? क्या कर लोगे? जिस ठाकर से हो नहीं चारा ताको कीजे साधन ਉਹਦੇ ਜ਼ੋਰ ਤਾਂ ਚੱਲਦਾ ਨਹੀਂ। ਇਸ ਲਈ ਬਸ ਨਾਮ ਜਪੀ ਜਾਓ। ਜੋ ਨਾਮ ਜਪੀ ਜਾਓਗੇ ਮਨ ਨੂੰ ਬੁਰਾ ਸੋਚਣ ਦਾ ਸਮਾਂ ਹੀ ਨਹੀਂ ਲੱਗੇਗਾ। ਜਦੋਂ ਮਨ ਬੁਰਾ ਨਹੀਂ ਸੋਚੇਗਾ ਤੁਸੀਂ ਬੁਰੇ ਕੰਮ ਕਰ ਹੀ ਨਹੀਂ ਸਕਦੇ। ਪਹਿਲਾਂ ਮਨ 'ਚ ਭੈੜਾ ਖਿਆਲ ਆਉਂਦਾ, ਫਿਰ ਬੰਦਾ ਭੈੜਾ ਕੰਮ ਕਰਦਾ। ਤੁਸੀਂ ਆਪਣੇ ਮਨ ਨੂੰ ਲਾਇਆ ਨਾਮ 'ਚ, ਉਹਨੂੰ ਵੇਲ ਹੀ ਨਹੀਂ ਹੋਰ ਪਾਸੇ ਜਾਣ ਨੂੰ। ਉਹ ਨਾ ਮਾੜਾ ਸੋਚੇ ਨਾ ਤੁਸੀਂ ਮਾੜਾ ਕੰਮ ਕਰੋ। ਜੇ ਵਿਹਲੇ ਹੋਵਾਂਗੇ ਤਾਂ ਮਨ ਨੂੰ ਸ਼ੈਤਾਨ ਦੀ ਟੂਟੀ ਕਿਹਾ ਹੈ। ਇਹ ਸ਼ੈਤਾਨ ਹੈ,
ਇਹ ਡੈਵਲਸ ਵਰਕਸ਼ਾਪ ਹੈ। ਇਸ ਲਈ ਮਨ ਜੇ ਵਿਹਲਾ ਹੋਇਆ ਤੁਹਾਨੂੰ ਤੰਗ ਕਰੇਗਾ। ਜਿਵੇਂ ਭੂਤ ਪ੍ਰੇਤ ਕਿਸੇ ਨੂੰ ਚੱਬੜ ਜੇ ਫਿਰ ਤੰਗ ਕਰਦੇ ਰਹਿੰਦੇ ਨਾ, ਇਹ ਮਨ ਨੂੰ ਵੀ ਭੂਤ ਪ੍ਰੇਤ ਗੁਰਬਾਣੀ ਕਹਿੰਦੀ ਹੈ। ਇਹਨੂੰ ਵਿਹਲੇ ਨਹੀਂ ਰਹਿਣ ਦੇਣਾ, ਇਹਨੂੰ ਨਾਮ 'ਤੇ ਲਾਈ ਰੱਖਣਾ। ਚੜ੍ਹੀ ਜਾ ਉਤਰੀ ਜਾ, ਚੜ੍ਹੀ ਜਾ ਉਤਰੀ ਜਾ, ਬਸ ਵਾਹਿਗੁਰੂ ਵਾਹਿਗੁਰੂ। ਸਾਹ ਆ ਰਿਹਾ ਵਾਹਿਗੁਰੂ, ਸਾਹ ਬਾਹਰ ਜਾ ਰਿਹਾ ਵਾਹਿਗੁਰੂ, ਸਾਹ ਅੰਦਰ ਆ ਰਿਹਾ ਵਾਹਿਗੁਰੂ, ਸਾਹ ਬਾਹਰ ਜਾ ਰਿਹਾ ਵਾਹਿਗੁਰੂ। ਬਸ ਲਾ ਲਓ ਇਸ ਨੂੰ, ਲਗਾ ਰਿਹਾ ਬਈ। ਜਾਏਗਾ ਕਿੱਥੇ? ਆਪੇ ਟਿਕ ਜਾਏਗਾ। ਅੜਬ ਬੈਠ ਕੇ ਹੁੰਦੇ ਨੇ ਜਿਹੜੇ ਖੇਤੀਬਾੜੀ ਕਰਦੇ ਨੇ। ਜਦੋਂ ਨਵਾਂ ਨਵਾਂ ਆਪਾਂ ਡੰਗਰ ਬਲਦ ਹਲੀ ਜੋਨੇ ਹਾਂ, ਉਹਨੂੰ ਆਦਤ ਨਹੀਂ ਹੁੰਦੀ, ਉਹ ਟੱਪਦਾ ਹੈ, ਉਹ ਹਲ ਤੋੜਨ ਦੀ ਕੋਸ਼ਿਸ਼ ਕਰਦਾ ਹੈ, ਉਹ ਆਪਣੀ ਧੌਣ ਪੰਜਾਲੀ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ, ਕਦੇ ਅੱਗੇ ਨੂੰ ਧੱਕਾ ਮਾਰਦਾ, ਕਦੇ ਪਿੱਛੇ ਨੂੰ ਹੁੰਦਾ ਹੈ। ਪਰ ਉਹਦੇ ਨਾਲ ਜਿਹੜਾ ਬਲਦ ਹੁੰਦਾ ਉਹ ਟ੍ਰੇਨਡ ਹੁੰਦਾ, ਹੌਲੀ 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 ਉਹ ਫਿਰ ਠੀਕ ਹੋ ਜਾਂਦਾ ਹੈ। ਬਸ ਫਿਰ ਜਦੋਂ ਸੁਧਰ ਗਿਆ ਫਿਰ ਜਿਹੜਾ ਹੈ ਉਹ ਆਪਣੇ ਆਪ ਹੀ ਫਿਰ ਹਲ ਵਾਹੁੰਦਾ ਰਹਿੰਦਾ ਹੈ। ਐਂ ਹੀ ਇਹ ਮਨ ਹੈ, ਇਹ ਪਹਿਲਾਂ ਅੜਬਾਈਆਂ ਕਰੇਗਾ। ਤੁਸੀਂ ਕਹਿੰਦੇ ਵਾਹਿਗੁਰੂ ਕਰਦਾ ਨਹੀਂ ਹੈ, ਅਵਾਰਾਗਰਦ ਹੈ। ਕਿਸੇ ਵੀ ਅਵਾਰਾਗਰਦ ਨੂੰ ਕਹੋ ਤੇ ਬੱਝ ਕੇ ਬਹਿ ਜਾ, ਨਹੀਂ ਬਹਿੰਦਾ ਉਹ, ਅਵਾਰਾਗਰਦ ਹੈ। ਪਰ ਜਦੋਂ ਅਸੀਂ ਇਹਨੂੰ ਲਾਈ ਰੱਖਿਆ ਲਾਈ ਰੱਖਿਆ ਲਾਈ ਰੱਖਿਆ, ਹੌਲੀ 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 ਇਸ ਨੂੰ ਆਦਤ ਪੈ ਜਾਏਗੀ। ਫਿਰ ਇਹ ਤੁਹਾਡੇ ਆਖੇ ਲੱਗਣ ਲੱਗ ਜਾਏਗਾ। ਜੇ ਤੁਹਾਡਾ ਆਗਿਆਕਾਰ ਹੋ ਗਿਆ, ਬਸ ਫਿਰ ਤੁਹਾਡੀ ਚੜ੍ਹਾਈ, ਫਿਰ ਤੁਹਾਡੀ ਬੱਲੇ ਬੱਲੇ। ਕਿਉਂ ਕਰਨਾ ਸਾਰਾ ਮਨ ਨਹੀਂ ਹੈ। ਚੰਗਾ ਵੀ ਮਨ ਨੇ ਕਰਨਾ, ਮੰਦਾ ਵੀ ਮਨ ਨੇ ਕਰਨਾ। ਜਦੋਂ ਸਾਡੇ ਆਖੇ ਨਹੀਂ ਤਾਂ ਫਿਰ ਉਹ ਮਾੜੇ ਕੰਮ ਕਰੇਗਾ, ਸਾਡੇ ਤੋਂ ਵੀ ਕਰਾਏਗਾ। ਜਦੋਂ ਸਾਡੇ ਆਖੇ 'ਚ ਹੋ ਗਿਆ ਆਪੇ ਠੀਕ ਹੋ ਜਾਏਗਾ। ਇਸ ਲਈ ਨੂੰ ਲਾਈ ਰੱਖਣਾ, ਵੇਲੇ ਨਹੀਂ ਛੱਡਣਾ ਮਨ ਨੂੰ। ਅਖੀਰ 'ਤੇ ਗੁਰੂ ਮਹਾਰਾਜ ਕਹਿੰਦੇ, ਮਨ ਮੇਰੇ ਸਤਿਗੁਰ ਸਿਉ ਚਿਤ ਲਾਏ, ਨਿਰਮਲ ਨਾ ਸਦ ਨਵ ਤਨੁ। ਪਰਮਾਤਮਾ ਜਿਹੜਾ ਨਾਮ ਹੈ ਤਾਂ ਸਦਾ ਹੀ ਨਵਾਂ ਹੈ। ਨਾਮ ਪੁਰਾਣਾ ਨਹੀਂ ਹੁੰਦਾ, ਕਿਉਂਕਿ ਪਰਮਾਤਮਾ ਪੁਰਾਣਾ ਨਹੀਂ ਹੁੰਦਾ। ਆਪਾਂ ਤਾਂ ਪੁਰਾਣੇ ਹੋ ਜਾਂਦੇ ਹਾਂ। ਆਪਾਂ ਤਾਂ ਪਹਿਲਾਂ ਬੱਚੇ ਸੀ, ਫਿਰ ਜਵਾਨ ਹੋ ਗਏ, ਹੁਣ ਬੁੱਢੇ ਹੋ ਗਏ, ਹੌਲੀ ਹੌਲੀ ਕੰਡਮ ਹੋ ਜਾਵਾਂਗੇ। ਅਸੀਂ ਤਾਂ ਨਵੇਂ ਵੀ ਸੀ, ਸਮੇਂ 'ਚ ਪੁਰਾਣੇ ਵੀ ਹੋ ਗਏ। ਪਰਮਾਤਮਾ ਸਦਾ ਹੀ ਨਵਾਂ ਰਹਿੰਦਾ ਹੈ। ਆਪ ਵਸੈ ਮਨ ਆਏ। ਫਿਰ ਜਦੋਂ ਤੁਹਾਡਾ ਬਾਣੀ ਨਾਲ ਚਿੱਤ ਜੁੜ ਜਾਏਗਾ ਨਾ, ਮਨ ਮੇਰੇ ਸਤਿਗੁਰ ਸਿਉ ਚਿੱਤ ਲਾਏ। ਹੇ ਮੇਰੇ ਮਨਾ, ਗੁਰੂ ਨਾਲ ਚਿੱਤ ਜੋੜ, ਭਾਵ ਗੁਰੂ ਦੀ ਬਾਣੀ, ਗੁਰੂ ਦੇ ਨਾਮ ਨਾਲ ਚਿੱਤ ਜੋੜ। ਫਿਰ ਕੀ ਹੋਏਗਾ? ਉਹ ਪਰਮਾਤਮਾ ਆਪੇ ਹੀ ਤੇਰੇ ਮਨ 'ਚ ਆ ਕੇ ਵਸ ਜਾਏਗਾ। ਅਤੇ ਜਦੋਂ ਪਰਮਾਤਮਾ ਵਸ ਗਿਆ, ਗੱਲ ਨਿਬੜ ਗਈ। ਹੋਰ ਤਾਂ ਕੀ, ਉਹਨੂੰ ਹੀ ਵਸਾਉਣਾ। ਜਿੱਦੇ ਪਰਮਾਤਮਾ ਵਸ ਗਿਆ, ਉਦੋਂ ਬਾਅਦ ਸਾਡਾ ਜੰਮਣ ਮਰਨ ਦਾ ਚੱਕਰ ਸਮਾਪਤ ਹੋ ਜਾਣਾ ਅਤੇ ਅਸੀਂ ਸੱਚਖੰਡ 'ਚ ਪਹੁੰਚ ਜਾਣਾ ਹੈ। ਸਤਿਕਾਰਯੋਗ ਸਾਧ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।